19 ਦੇ ਕਰਕੇ ਬਹੁਤ ਸਾਰੇ ਲੋਕ ਜਿਹੜੇ ਹੈਗੇ ਇੱਥੇ ਵਿਜ਼ਿਟ ਕਰਨ ਆਏ ਜਾਂ ਓਵਰਸਟੇ ਹੋ ਗਏ ਜਾਂ ਉਹਨਾਂ ਨੂੰ ਕਿਸੇ ਕਿਸਮ ਦੀ ਇਮੀਗ੍ਰੇਸ਼ਨ ਦੀ ਪ੍ਰੋਬਲਮ ਪੈ ਗਈ। ਇਹੋ ਜਿਹੀਆਂ ਗੱਲਾਂ ਅਸੀਂ ਤੁਹਾਡੇ ਨਾਲ ਕਰਾਂਗੇ। ਪਹਿਲਾਂ ਆਓ ਕੈਵਾਲੀਅਨ ਕੇਵਲ ਲਾਇਨ ਐਂਡ ਕੰਪਨੀ ਉਹਨਾਂ ਦੇ ਨਾਲ ਪਹਿਲਾਂ ਆਏ ਮਿਲੀਏ, ਜਿਹੜੇ ਮੇਰੇ ਨਾਲ ਦੋ ਵਕੀਲ ਨੇ, ਗੁਰਜਿੰਦਰ ਸਿੰਘ ਜੀ ਤੇ ਲਖਵਿੰਦਰ ਸਿੰਘ ਜੀ। ਦੋਹਾਂ ਨੂੰ ਆਓ ਜੀ ਆਇਆਂ ਕਹੀਏ ਤੇ ਉਹਨਾਂ ਦੇ ਨਾਲ ਫਤਿਹ ਦੀ ਸਾਂਝ ਪਾਈਏ ਤੇ ਉਸ ਤੋਂ ਬਾਅਦ ਸ਼ੁਰੂ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਜਿੰਦਰ ਸਿੰਘ ਜੀ ਤੇ ਲਖਵਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਕੱਢਣ ਦਾ। ਤੁਸੀਂ ਇਸ ਜਿਹੜੀ ਕੰਪਨੀ ਨੂੰ ਚਲਾ ਰਹੇ ਹੋ, ਖਾਸ ਕਰਕੇ ਜਿਹੜੇ ਇਮੀਗ੍ਰੇਸ਼ਨ ਦੇ ਸਾਡੇ ਕੋਲ ਕੇਸਿਸ ਹੈਗੇ, ਜਿਹੜੇ ਬਹੁਤ ਸਾਰੇ ਲੋਕ ਇੱਥੇ ਚਾਹੇ ਉਹ ਸਟੂਡੈਂਟ ਆਏ ਨੇ ਜਾਂ ਉਹ ਓਵਰਸਟੇ ਹੋ ਗਏ ਨੇ। ਖਾਸ ਕਰਕੇ ਇਹ ਜਿਹੜਾ ਦੌਰ ਚੱਲ ਰਿਹਾ ਆਪਣਾ COVID-19 ਦਾ, ਕਿਉਂਕਿ ਹੁਣ ਥਰਡ ਲੋਕਡਾਊਨ ਹੋ ਗਈ ਹੈ ਤੇ ਇਸ ਦੇ ਨਾਲ ਬਹੁਤ ਸਾਰੇ ਹੋ ਸਕਦਾ ਕੇਸਿਸ ਤੁਹਾਡੇ ਕੋਲ ਆਉਂਦੇ ਹੋਣਗੇ। ਪਹਿਲਾਂ ਜੇ ਤੁਸੀਂ ਮੈਨੂੰ ਗੁਰਜਿੰਦਰ ਜੀ ਇਹ ਦੱਸੋ ਕਿ ਜਿਹੜੀ ਇਹ ਲੋਕਡਾਊਨ ਦੇ ਵਿੱਚ ਤੁਹਾਡਾ ਜਿਹੜਾ ਦਫ਼ਤਰ ਹੈ ਉਹ ਖੁੱਲ੍ਹਾ ਆ ਤੇ ਤੁਸੀਂ ਜੇ ਕਿਸੇ ਨੇ ਤੁਹਾਨੂੰ ਕੰਟੈਕਟ ਕਰਨਾ ਹੋਵੇ ਉਹ ਕਿਸ ਤਰ੍ਹਾਂ ਕਰਦੇ? ਹਾਂਜੀ, ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਨਵੇਂ ਸਾਲ ਦੀਆਂ ਵਧਾਈਆਂ। ਹੈਪੀ ਨਿਊ ਈਅਰ ਸਾਰਿਆਂ ਨੂੰ। ਹਾਂਜੀ, ਆਫਿਸ ਸਾਡਾ ਵੈਸੇ ਖੁੱਲ੍ਹਾ ਆ, ਪਰ ਲੋਕਡਾਊਨ ਦੀ ਰਿਸਟ੍ਰਿਕਸ਼ਨਸ ਕਾਰਨ ਜਿਹੜੀ ਫੇਸ ਟੂ ਫੇਸ ਮੀਟਿੰਗਸ ਨੇ ਉਹ ਅਸੀਂ ਘੱਟ ਕੀਤੀਆਂ ਨੇ, ਬਹੁਤ ਜ਼ਿਆਦਾ ਘੱਟ ਕੀਤੀਆਂ ਨੇ। ਪਰ ਅਸੀਂ ਵੀਡੀਓ ਕਾਲ ਰਾਹੀਂ ਜਾਂ ਟੈਲੀਫੋਨ ਦੇ ਉੱਤੇ ਆਪਾਂ ਐਡਵਾਈਸ ਦੇ ਰਹੇ ਹਾਂ। ਸੋ ਕੰਮ ਸਾਡਾ ਜਾਰੀ ਹੈ, ਹੋਮ ਆਫਿਸ ਵੀ ਖੁੱਲ੍ਹਾ ਆ, ਐਪਲੀਕੇਸ਼ਨਾਂ ਜਾ ਰਹੀਆਂ। ਹਾਂਜੀ, ਸੋ ਕੰਮ ਤਾਂ ਹਜੇ ਖੁੱਲ੍ਹਾ ਹੈ, ਦਫ਼ਤਰ ਵੀ ਖੁੱਲ੍ਹਾ ਹੈ। ਹਾਂਜੀ, ਓਕੇ। ਤੇ ਜਿਹੜੀਆਂ ਮਤਲਬ ਇਹੋ ਜਿਹੀਆਂ ਜਿਹੜੀ ਵੀ ਕਿਸੇ ਨੂੰ ਵੀ ਜਾਂ ਅੱਜ ਸਾਨੂੰ ਟੈਲੀਫੋਨ ਕਰਦੇ ਆ ਜਾਂ ਤੁਹਾਡਾ ਜਿਹੜਾ ਮੋਬਾਈਲ ਨੰਬਰ ਹੁਣੇ ਸਕਰੀਨ ਦੇ ਉੱਤੇ ਆਪਾਂ ਦੇ ਦੇਣਾ ਹੈਗਾ ਤੇ ਉਹ ਤੁਹਾਨੂੰ ਕਾਲ ਕਰ ਸਕਦੇ ਹੈਗੇ। ਤੇ ਜਿਹੜੀਆਂ ਖਾਸ ਸਰਵਿਸਿਜ਼ ਜਿਹੜੀਆਂ ਮੈਂ ਥੋੜੀ ਜਿਹੀ ਬਰੀਫਲੀ ਇੰਟਰੋਡਿਊਸ ਕੀਤੀ ਹੈਗੀ ਕਿ ਕਿਹੜੀਆਂ ਗੱਲਾਂ ਹੈਗੀਆਂ। ਤੇ ਜੇ ਲਖਵਿੰਦਰ ਜੀ ਤੁਸੀਂ ਆਉਣਾ ਚਾਹੋ ਜਾਂ ਗੁਰਿੰਦਰ ਜੀ, ਕਿਹੜੀਆਂ ਸਰਵਿਸਿਜ਼ ਇਸ ਵੇਲੇ ਖਾਸ ਕਰਕੇ ਜਿਹੜੀਆਂ ਇਮੀਗ੍ਰੇਸ਼ਨ ਰਿਲੇਟਡ ਹੈਗੀਆਂ, ਜਿਹੜੇ ਲੋਕ ਇੱਥੇ ਆਏ ਹੋਏ ਨੇ ਜਾਂ ਹੋ ਸਕਦਾ ਉਹ ਇੰਡੀਆ ਦੇ ਵਿੱਚ ਸਟਕ ਹੋਏ ਹੋਣ, ਉਹ ਉਹਨਾਂ ਦੇ ਕੋਲ ਵੀਜ਼ਾ ਲੱਗ ਗਿਆ ਹੋਵੇ, ਉਹ ਆਉਣਾ ਚਾਹੁੰਦੇ ਹੋਣ, ਇਹੋ ਜਿਹੀਆਂ ਕਿ ਮੁਸ਼ਕਲਾਂ ਜਿਹੜੀਆਂ ਹੈਗੀਆਂ ਇਹ ਤੁਸੀਂ ਦੱਸੋ ਪਹਿਲਾਂ। ਹਾਂਜੀ, ਪਹਿਲਾਂ ਤਾਂ ਉਹ ਜਿਹੜੀ ਹੋਮ ਆਫਿਸ ਹੈਗੀ ਉਹ ਤਾਂ ਖੁੱਲੀ ਹੈ। ਜਿਨ੍ਹਾਂ ਨੇ ਵੀਜ਼ਾ ਯੂਕੇ ਦੇ ਵਿੱਚ ਹੈਗੇ ਆ ਉਹਨਾਂ ਦਾ ਲੱਗੇ ਆ, ਉਹਨਾਂ ਦੀ ਐਕਸਪਾਇਰੀ ਡੇਟ ਹਮੇਸ਼ਾ ਹੁੰਦੀ ਹੈਗੀ ਆ, ਇੱਕ ਲਿਮਿਟਿਡ ਲੀਵ ਹੁੰਦੀ ਆ ਤੇ ਉਹਨਾਂ ਨੂੰ ਅਸੀਂ ਕਹਿ ਸਕਦੇ ਕਿ ਤੁਸੀਂ ਸਾਡੇ ਕੋਲ ਆ ਸਕਦੇ ਹੋ, ਐਡਵਾਈਸ ਲੈ ਸਕਦੇ ਹੋ। ਉਹ ਜਿਹੜਾ ਡੈਡਲਾਈਨ ਡੇਟ ਹੁੰਦੀ ਹੈ, ਵੀਜ਼ਾ ਐਕਸਪਾਇਰੇਸ਼ਨ ਡੇਟ ਜਿਹੜੀ ਹੁੰਦੀ ਹੈ ਉਹ ਫਿਕਸਡ ਹੁੰਦੀ ਹੈ, ਮੂਵ ਨਹੀਂ ਕਰਦੇ ਹੈਗੇ। ਤੇ ਪਾਲਿਸੀਜ਼ ਹੈਗੇ ਆ ਫॉर ਕੋਵਿਡ, ਸਪੈਸ਼ਲੀ ਸਪਾਊਸ ਜਿਹਦਾ ਦਾ ਮੇਨਟੇਨੈਂਸ ਰਿਕੁਆਇਰਮੈਂਟ ਜਿਹੜੇ ਫੇਲ ਹੋ ਗਏ ਆ ਔਨ ਦਾ ਥਰਡ ਲੋਕਡਾਊਨ, ਉਹਦਾ ਦੇ ਪ੍ਰੋਵੀਜ਼ਨਸ ਬਣੇ ਹੈਗੇ ਆ। ਬਟ ਯੂ ਮਸਟ ਅਡਹੇਅਰ ਟੂ ਦੀ ਡੈਡਲਾਈਨ ਡੇਟਸ ਜੋ ਤੁਹਾਡੇ ਵੀਜ਼ਾ ਦੇ ਉੱਤੇ ਹੈਗੇ, ਉਹ ਕਾਫੀ ਜ਼ਰੂਰੀ ਹੈਗੀ ਹੈ, ਕਾਫੀ ਜ਼ਰੂਰੀ ਹੈ। ਤੁਸੀਂ ਮਿਸ ਨਾ ਕਰੋ। ਤੇ ਫਿਰ ਵੀ ਤੁਹਾਨੂੰ ਸਲਿਸਟਰ ਦੀ ਲੋੜ ਹੈਗੀ, ਤੁਸੀਂ ਆਓ ਤੇ ਰਾਏ ਲਓ ਤੇ ਆਪਣਾ ਐਪਲੀਕੇਸ਼ਨ ਤਿਆਰ ਕਰ ਦਿਓ। ਲੋਕਡਾਊਨ ਹੈਜ਼ ਨਾਟ ਚੇਂਜਡ ਐਨੀ ਡੈਡਲਾਈਨ ਡੇਟਸ ਫॉर ਯੂ। ਰਾਈਟ, ਓਕੇ। ਗੁਰਿੰਦਰ ਜੀ, ਜਦੋਂ ਇਹ ਡੈਡਲਾਈਨ ਦੀ ਡੇਟਾਂ ਤੇ ਹੈਗੀਆਂ, ਪਰ ਜਦੋਂ ਲੋਕ ਚਾਹੇ ਉਹ ਇੰਡੀਆ ਤੇ ਚਲੋ ਲੋਕਡਾਊਨ ਦਾ ਇਹੋ ਜਿਹਾ ਕੋਈ ਪ੍ਰੋਬਲਮ ਨਹੀਂ ਹੈਗੀ, ਉੱਥੇ ਹੋਰ ਕਈ ਪ੍ਰੋਬਲਮ ਖੜੀਆਂ ਹੋਈਆਂ ਤੇ ਜਿਹੜੇ ਲੋਕ ਇੱਥੇ ਆਏ ਆ, ਜਿਹੜੀ ਪਹਿਲਾਂ ਵੀ ਲੋਕਡਾਊਨ ਸੀਗਾ ਤੇ ਮੈਨੂੰ ਯਾਦ ਹੈ ਇੱਕ ਦੋ ਕੇਸਿਸ ਦਾ ਮੈਨੂੰ ਉਸ ਵੇਲੇ ਪਤਾ ਲੱਗਾ। ਤੇ ਜਿਹੜੇ ਆਏ ਹੋਏ ਸੀ, ਕਿਉਂਕਿ ਲੋਕਡਾਊਨ ਕਰਕੇ ਫਲਾਈਟਸ ਸਾਰੀਆਂ ਬੰਦ ਸੀ, ਜਿਵੇਂ ਹੁਣ ਵੀ ਇਨ ਐਂਡ ਆਊਟ ਆਫ ਬ੍ਰਿਟਨ ਫਲਾਈਟਾਂ ਬੰਦ ਹੈਗੀਆਂ, ਉਸ ਵੇਲੇ ਵੀ ਫਲਾਈਟਾਂ ਉਹ ਬੰਦ ਹੋ ਗਈਆਂ ਸੀਆਂ ਤੇ ਉਹਦੇ ਨਾਲ ਕਈ ਪਰਿਵਾਰ ਜਿਹੜੇ ਸੀਗੇ ਉਹ ਇੱਥੇ ਸਟਕ ਹੋ ਗਏ ਸੀ। ਤੇ ਜਦੋਂ ਇਹੋ ਜਿਹੀ ਸਿਚੁਏਸ਼ਨ ਹੁੰਦੀ ਹੈ ਉਹਦੇ ਲਈ ਕੀ ਕਰਨਾ ਚਾਹੀਦਾ? ਹਾਂਜੀ, ਇਸ ਸਿਚੁਏਸ਼ਨ 'ਚ ਸਰਕਾਰ ਵੱਲੋਂ ਸਹੂਲਤ ਹੈਗੀ ਆ। ਕਰੋਨਾ ਵਾਇਰਸ ਦੀ ਉਹਨਾਂ ਨੇ ਪਾਲਿਸੀ ਜਿਹੜੀ ਹੈਗੀ ਉਹ ਕੱਢੀ ਆ। ਸੋ ਜੇ ਕੋਈ ਟੈਂਪਰੇਰੀ ਬੇਸਿਸ ਤੇ ਇੱਥੇ ਇੰਗਲੈਂਡ ਆਇਆ ਆ, ਨਹੀਂ ਆਪਣੇ ਮੁਲਕ ਨੂੰ ਜਾ ਸਕਦਾ, ਉਹ ਆਪਣੀ ਵੀਜ਼ਾ ਜਿਹੜਾ ਹੈਗਾ ਉਹ ਐਕਸਟੈਂਡ ਕਰ ਸਕਦਾ, ਹੋਮ ਆਫਿਸ ਨੂੰ ਲਿਖ ਸਕਦਾ ਵੀ ਕਰੋਨਾ ਵਾਇਰਸ ਦੀ ਵਜ੍ਹਾ ਕਾਰਨ ਉਹ ਨਹੀਂ ਮੁੜ ਸਕਦਾ, ਤਾਂ ਉਹ ਐਕਸੈਪਸ਼ਨਲ ਅਸ਼ੋਰੈਂਸ ਦੇ ਕੇ ਉਹਨਾਂ ਦਾ ਜਿਹੜਾ ਸਟੇ ਹੈ ਉਹ ਇੱਥੇ ਵੱਧ ਜਾਂਦੀ ਹੈ। ਨਾਲ ਹੀ ਨਾਲ ਹੋਰ ਵੀ ਸਹੂਲਤ ਹੈਗੀ ਹੈ ਵੀ ਜਿਹੜੇ ਲੋਕੀ ਨੋਰਮਲੀ ਜਿਹੜੇ ਟੈਂਪਰੇਰੀ ਕੈਟੇਗਰੀ ਤੇ ਆਉਂਦੇ ਸੀਗੇ, ਉਹਨਾਂ ਨੂੰ ਨਹੀਂ ਸੀਗੀ ਸਹੂਲਤ ਵੀ ਉਹ ਇੱਥੇ ਰਹਿੰਦੇ ਹੋਏ ਸਵਿਚ ਕਰ ਸਕਦੇ ਸੀਗੇ ਕਿਸੇ ਕੈਟੇਗਰੀ 'ਚ। ਸੋ ਖਾਸ ਕਰਕੇ ਫੈਮਿਲੀ ਬੇਸਡ ਜਿਹੜੀ ਐਪਲੀਕੇਸ਼ਨਾਂ ਹੋ ਗਈਆਂ ਸੀਗੀਆਂ। ਸੋ ਕੰਸੈਸ਼ਨ ਹੈਗੀ ਆ ਸਰਕਾਰ ਵੱਲੋਂ ਵੀ ਜੇ ਤੁਸੀਂ ਰਿਕੁਆਇਰਮੈਂਟਸ ਨੂੰ ਮੀਟ ਕਰਦੇ ਆ ਤਾਂ ਤੁਸੀਂ ਇੰਗਲੈਂਡ 'ਚ ਆ ਚੁੱਕੇ ਆ ਤਾਂ ਤੁਸੀਂ ਐਜ਼ ਅ ਪਾਰਟਨਰ ਜਾਂ ਐਜ਼ ਅ ਪੇਰੈਂਟ ਜਾਂ ਆਪਣਾ ਇੱਥੇ ਸਟੇ ਜਿਹੜੀ ਹੈਗੀ ਆ ਉਹ ਲੈਣਾ ਚਾਹੁੰਦੇ ਆ, ਤੁਸੀਂ ਉਹ ਐਜ਼ ਅ ਵਿਜ਼ਿਟਰ ਵੀ ਲੈ ਸਕਦੇ, ਸਵਿਚ ਕਰ ਸਕਦੇ ਤੁਸੀਂ ਇਸ ਟਾਈਮ ਦੇ ਵਿੱਚ।
ਸੋ ਪਿਆਰੇ ਦਰਸ਼ਕੋ, ਜੋ ਅਸੀਂ ਗੱਲਾਂ ਕਰ ਰਹੇ ਹੈਗੇ ਇਮੀਗ੍ਰੇਸ਼ਨ ਦੀਆਂ, ਤੇ ਵੈਸੇ ਤੇ ਖਾਸ ਕਰਕੇ ਆਹ ਜਿਹੜੀਆਂ ਲੋਕਡਾਊਨ ਦੇ ਦੌਰਾਨ ਜਿਹੜੀਆਂ ਕੋਈ ਮੁਸ਼ਕਲਾਂ ਆ ਰਹੀਆਂ ਹੈਗੀਆਂ, ਉਹਨਾਂ ਦੇ ਉੱਤੇ ਤੁਸੀਂ ਕਿਸੇ ਕਿਸਮ ਦਾ ਕਾਲ ਕਰਨਾ ਹੋਵੇ ਤਾਂ ਤੁਸੀਂ ਕਰ ਸਕਦੇ। ਵੈਸੇ ਇਮੀਗ੍ਰੇਸ਼ਨ ਦੀ ਜਨਰਲ ਤੌਰ ਤੇ ਵੀ ਕੋਈ ਗੱਲ ਜੇ ਪੁੱਛਣੀ ਚਾਹੋ ਤੇ ਉਹ ਵੀ ਦੱਸ ਸਕਦੇ, ਪਰ ਅੱਜ ਖਾਸ ਕਰਕੇ ਇਸ ਚੀਜ਼ ਦੇ ਉੱਤੇ ਹੀ ਲਵਾਂਗੇ ਜਿਹੜੇ ਓਵਰਸਟੇ ਹੋ ਗਏ ਨੇ, ਖਾਸ ਕਰਕੇ ਕਰੋਨਾ ਕਰਕੇ, ਤੇ ਜਿਹਦੇ ਨਾਲ ਹੋਰ ਕਿਸੇ ਕਿਸਮ ਦੀ ਵੀ ਦਿੱਕਤ ਜਾਂ ਉਹ ਇੰਡੀਆ ਦੇ ਵਿੱਚ ਸਟਕ ਹੋਏ ਨੇ, ਉਹਦੇ ਬਾਰੇ ਤੁਸੀਂ ਕਿਸੇ ਕਿਸਮ ਦੀ ਗੱਲ ਕਰਨੀ ਹੋਵੇ ਤੇ ਤੁਸੀਂ ਸਿੱਖ ਚੈਨਲ ਦਾ ਜਿਹੜਾ ਹਮੇਸ਼ਾ ਟੈਲੀਫੋਨ ਨੰਬਰ ਹੁੰਦਾ 0121380151 0121381051 ਦੇ ਉੱਤੇ ਤੁਸੀਂ ਟੈਲੀਫੋਨ ਕਰਕੇ ਤੇ ਆਪਣੇ ਜਿਹੜੇ ਮੇਰੇ ਨਾਲ ਵਕੀਲ ਦੋਏ ਬੈਠੇ ਨੇ, ਗੁਰਜਿੰਦਰ ਜੀ ਤੇ ਲਖਵਿੰਦਰ ਜੀ, ਇਹਨਾਂ ਦੇ ਨਾਲ ਸਲਾਹਬਾਤ ਜਿਹੜੀ ਕਰਨੀ ਹੈ ਉਹ ਕਰ ਸਕਦੇ। ਤੁਸੀਂ ਆਪਣੇ ਕੇਸਿਸ ਜਿਹੜੇ ਹੈਗੇ ਦੱਸ ਸਕਦੇ, ਤੇ ਜਿਹੜਾ ਟੈਲੀਫੋਨ ਨੰਬਰ ਇਹਨਾਂ ਦਾ ਹੈਗਾ ਜੀ, ਕਿਉਂਕਿ ਸ਼ੋਅ ਤੋਂ ਬਾਅਦ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ। ਜਿੱਦਾਂ ਹੁਣੇ ਗੁਰਜਿੰਦਰ ਹੋਰਾਂ ਨੇ ਦੱਸਿਆ ਸੀਗਾ ਕਿ ਤੁਸੀਂ ਫੇਸ ਟੂ ਫੇਸ ਜਿਹੜੀ ਮੀਟਿੰਗ ਨਹੀਂ ਉੱਥੇ ਕਰ ਸਕਦੇ, ਪਰ ਤੁਸੀਂ ਫੇਸ ਟਾਈਮ ਕਾਲ ਜਿੱਦਾਂ ਜਿਹੜੀ ਹੈਗੀ ਆ ਅੱਜ ਕੱਲ੍ਹ, ਤੁਹਾਨੂੰ ਪਤਾ ਜ਼ੂਮ ਹੈਗਾ ਜਾਂ ਹੋਰ ਕਈ ਫੈਸਿਲਿਟੀਜ਼ ਹੈਗੀਆਂ, ਉਹਨਾਂ ਦੇ ਰਾਹੀਂ ਤੁਸੀਂ ਕਾਲ ਕਰ ਸਕਦੇ ਹੋ ਇਹਨਾਂ ਨੂੰ, ਤੇ ਤੁਹਾਡੇ ਇਹ ਪੂਰੇ ਤੁਹਾਡੀ ਐਡਵਾਈਸ ਜਿਹੜੀ ਹੈਗੀ ਆ ਉਹਦੇ ਮੁਤਾਬਕ ਤੁਹਾਨੂੰ ਦੱਸ ਸਕਣਗੇ। ਸੋ ਜਿਹੜਾ ਆਪਣੇ ਲਖਵਿੰਦਰ ਜੀ, ਜਿਹੜੇ ਖਾਸ ਕਰਕੇ ਜੇ ਇਹਦੇ ਤੇ ਆਪਾਂ ਥੋੜ੍ਹਾ ਜਿਹਾ ਧਿਆਨ ਦੇਈਏ, ਜਿਹੜੀ COVID-19 ਹੈਗੀ ਆ, ਇਹਦੇ ਨਾਲ ਕਿਉਂਕਿ ਜਦੋਂ ਪਹਿਲੀ ਔਰ ਦੂਜੀ ਦੇ ਵਿੱਚ, ਖਾਸ ਕਰਕੇ ਪਹਿਲੀ ਦੇ ਵਿੱਚ ਜਦੋਂ ਲੋਕ ਉੱਥੇ ਸਟਕ ਹੋ ਗਏ ਸੀ, ਬਾਹਰ ਇੱਥੇ ਨਹੀਂ ਸੀ ਆ ਸਕਦੇ, ਨਾ ਇੱਥੋਂ ਹੀ ਜਾ ਸਕਦੇ ਸੀ, ਤੇ ਕਈਆਂ ਨੇ ਜਿਹੜੇ ਆਉਣਾ ਚਾਹੁੰਦੇ ਸੀ ਉਹ ਉੱਥੇ ਦੇ ਕੁਝ ਲੋਕਾਂ ਨੇ ਉਹਨਾਂ ਦੇ ਬਾਹਰ NRI ਦੇ ਉੱਤੇ ਬੜਾ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਸੀਗੀ। ਸੋ ਹੁਣ ਜਦੋਂ ਅਸੀਂ ਇਹ ਗੱਲ ਦੇਖਦੇ ਹੈਗੇ ਆ ਵੀ ਇਹ ਥਰਡ ਲੋਕਡਾਊਨ ਹੋ ਗਿਆ ਫਰੋਮ ਬਿਗਨਿੰਗ ਆਫ ਦਿਸ ਜਨਵਰੀ ਦੇ ਵਿੱਚ, ਤੇ ਇਹਦੇ ਨਾਲ ਤੁਹਾਡੇ ਜਿਹੜੇ ਆਫਿਸਿਸ ਦੇ ਉੱਤੇ ਇਹ ਕੀ ਮਤਲਬ ਇਸ਼ੂਜ਼ ਖੜੇ ਹੁੰਦੇ ਹੈਗੇ? ਟਰੈਵਲ ਰਿਸਟ੍ਰਿਕਸ਼ਨ ਸਾਡੇ ਖਾਸ ਕਰਕੇ ਇਹ ਹੋ ਰਿਹਾ, ਜਿਨ੍ਹਾਂ ਦੇ ਵੀਜ਼ਾ ਲੱਗੇ ਹੈਗੇ ਆ ਉਹ ਚਾਹੁੰਦੇ ਅਸੀਂ ਇਸ ਸਮੇਂ ਆ ਜਾਈਏ, ਪਰ ਜਿੱਥੇ ਲੋਕਡਾਊਨ ਹੈਗਾ ਉਹਨੂੰ ਆਉਣ ਦਾ ਥੋੜਾ ਮੁਸ਼ਕਿਲ ਹੈਗਾ। ਸੋ ਜਿਹੜੀ ਹਾਈ ਕਮਿਸ਼ਨ ਹੈਗੀ ਹੈ ਜਾਂ UK ਗਵਰਨਮੈਂਟ ਹੋਮ ਆਫਿਸ, ਉਹ ਕਹਿੰਦੇ ਕਿ ਸਾਨੂੰ ਪਤਾ, ਅਸੀਂ ਖੁਦ ਇਸ਼ੂ ਕੀਤਾ ਹੈਗਾ ਲੋਕਡਾਊਨ, ਤੁਸੀਂ ਥੋੜਾ ਸਬਰ ਕਰੋ, ਤੁਹਾਨੂੰ ਥੋੜਾ ਜਿਹਾ ਜੋ ਤੁਹਾਡਾ ਵੀਜ਼ਾ ਡੇਟ ਹੈਗੀ ਥੋੜੀ ਐਕਸਟੈਂਡ ਕਰ ਦਿੰਦੇ ਆ ਨਾ। ਜਿੱਥੇ ਤੁਹਾਡਾ ਫੋਰ ਐਗਜ਼ਾਮਪਲ ਸਪਾਊਸ ਐਪਲੀਕੇਸ਼ਨ ਤੁਸੀਂ ਪਾਇਆ ਤੇ ਉਹ ਬੇਸਿਸ ਤੇ ਆ ਰਹੇ ਹੈਗੇ, ਉਹਨੇ 2.5 ਸਾਲ ਅੱਗੇ ਕਰ ਦੇਣਾ, ਥੋੜਾ ਜਿਹਾ ਐਡਜਸਟਮੈਂਟ ਕਰ ਦੇਣਗੇ ਤੁਹਾਡੇ ਵਾਸਤੇ, ਸਿਰਫ ਬਿਨਾਂ ਲੋਕਡਾਊਨ ਦੀ। ਹਾਂਜੀ, ਆਪਾਂ ਪਹਿਲਾਂ ਕਾਲ ਲਈਏ, ਰੈਡੀ ਹੈ, ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਤੁਸੀਂ ਦੱਸਣਾ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਇਹ ਪਤਾ ਕਰਨਾ ਸੀ ਵੀ ਇੰਡੀਆ ਦੇ ਵੀਜ਼ਾ ਲੈਣਾ ਸੀ, ਵੀ ਉਹ ਕਦ ਕੁ ਖੁੱਲਣਗੇ ਭਾਜੀ? ਉਹਨਾਂ ਨੂੰ ਕੋਈ ਆਈਡੀਆ ਹੋਊਗਾ ਭਾਜੀ, ਜੇ ਇੰਡੀਆ ਵਿਜ਼ਿਟ ਕਰਨਾ? ਮੇਰੇ ਕੋਲ OCI ਨਹੀਂ, ਬ੍ਰਿਟਿਸ਼ ਪਾਸਪੋਰਟ ਆ, ਤੇ ਉੱਥੇ ਵੀਜ਼ਾ ਲੈਣਾ ਸੀ ਇੰਡੀਆ ਦਾ। ਮੈਨੂੰ ਲੱਗਦਾ ਹਾਲੇ ਤੱਕ ਕਰੰਟਲੀ ਬੰਦ ਨੇ, ਤੇ ਕੋਈ ਇਹਦੇ ਬਾਰੇ ਹੈ ਆਈਡੀਆ ਇਹਨਾਂ ਨੂੰ ਜੀ? ਨਹੀਂ ਜੀ ਸਰ, ਆਈ ਮੀਨ ਇਹ ਜਿਹੜੀ ਪਾਲਿਸੀਜ਼ ਹੈਗੀਆਂ, ਇਹ ਜਿਹੜੀ ਸਰਕਮਸਟੈਂਸਿਸ ਹੋ ਰਹੀਆਂ ਉਹਦੇ ਮੁਤਾਬਿਕ ਇਹ ਲਿਫਟ ਹੋਣਗੀਆਂ। ਜਿੱਦਾਂ ਹੀ ਫਿਰ ਉਹ ਜਿਹੜੇ ਦਫ਼ਤਰ ਵਾਲੇ ਆ ਉਹਨਾਂ ਨੂੰ ਕਈ ਆਪਣੀ ਰਿਸਕ ਅਸੈਸਮੈਂਟ ਵਗੈਰਾ ਸਾਰਾ ਕੁਝ ਕਰਨਾ ਪੈਂਦਾ। ਸੋ ਹਜੇ ਤਾਂ ਰਿਸਕ ਹੈਗਾ, ਸੋ ਸਰਕਾਰ ਨੇ ਵੀ ਰਿਸਟ੍ਰਿਕਸ਼ਨਾਂ ਜਿਹੜੀਆਂ ਹੈਗੀਆਂ ਲਾਈਆਂ ਆ। ਸੋ ਫਿਲਹਾਲ ਭਾਜੀ ਆਈ ਥਿੰਕ ਮਾਰਚ ਤੱਕ ਤੋਂ ਬਾਅਦ ਹੀ ਕੁਝ ਹੋਊਗਾ। ਹਾਂਜੀ, ਓਕੇ ਭਾਜੀ, ਥੈਂਕ ਯੂ ਜੀ, ਥੈਂਕ ਯੂ, ਬਾਏ ਬਾਏ। ਅਗਲਾ ਕਾਲ ਲਈਏ, ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਹਾਂਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਂ ਇਹ ਕੁਐਸਚਨ ਪੁੱਛਣਾ ਸੀ ਕਿ ਮੰਡੇ ਮੇਰੇ ਫਿੰਗਰਪ੍ਰਿੰਟਸ ਨੇ, ਤੇ ਅਸੀਂ ਕ੍ਰੋਡਨ ਜਾਣਾ, ਤੇ ਪੁੱਛਣਾ ਸੀ ਕਿ ਆਫਿਸ ਖੁੱਲੇ ਹੋਣਗੇ ਜਾਂ ਇਹਦੇ ਕੋਰੋਨੇ ਕਰਕੇ ਬੰਦ ਤਾਂ ਨਹੀਂ ਹੋਣਗੇ ਲੋਕਡਾਊਨ ਕਾਰਨ? ਹਾਂਜੀ ਭੈਣ ਜੀ, ਤੁਹਾਨੂੰ ਈਮੇਲ ਕਨਫਰਮੇਸ਼ਨ ਆ ਜਾਂਦੀ ਸੀਗੀ ਜੇ ਉਹਨਾਂ ਦਾ ਬੰਦ ਹੁੰਦਾ। ਸੋ ਤੁਸੀਂ ਕੀ ਕਰ ਸਕਦੇ ਹੋ, ਜਿਹੜਾ ਨੰਬਰ ਹੈਗਾ, ਜਿਹੜੀ ਤੁਹਾਨੂੰ ਈਮੇਲ ਆਈ ਹੋਣੀ ਉਹਦੇ ਤੇ ਨੰਬਰ ਹੈਗਾ, ਤੁਮਨੇ ਤੋਂ ਪਹਿਲਾਂ ਤੁਸੀਂ ਉਹਨਾਂ ਨੂੰ ਫੋਨ ਕਰ ਲਿਓ, ਕਨਫਰਮ ਕਰ ਲਿਓ। ਓਕੇ ਭਾਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਹਾਂਜੀ, ਜਿਹੜੀ ਮਤਲਬ ਦੇਖੋ ਤੁਸੀਂ ਆਪਣੇ ਮੇਰੇ ਖਿਆਲ ਇੰਡੀਅਨ ਵੀਜ਼ੇ ਦੀ ਗੱਲ ਹੈਗੀ, ਉਹਦੇ ਤੋਂ ਮੇਰੇ ਖਿਆਲ ਉਹਨਾਂ ਤੋਂ ਪਤਾ ਕਰਨਗੇ। ਅਗਲੀ ਕਾਲ ਹੈਗੀ, ਪਹਿਲਾਂ ਉਹ ਗੱਲ ਸੁਣ ਲਈਏ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਹਾਂਜੀ, ਤੁਸੀਂ ਲੀਡ ਤੋਂ ਬੋਲਦਾ ਜੀ, ਮੇਰਾ ਨਾਮ ਅਵਤਾਰ ਸਿੰਘ ਹੈ ਜੀ।
ਹਾਂਜੀ ਮੇਰਾ ਇੱਕ ਕੁਐਸਚਨ ਹੈ ਜੀ, ਬਹੁਤ ਚਿਰ ਹੋ ਗਿਆ ਇੱਕ ਨੇ ਹੋਮ ਆਫਿਸ ਤੋਂ ਇੱਕ ਕੇਸ ਗਿਆ ਸੀ ਬਈ ਬੱਚਿਆਂ ਦੀ ਫੀਸ ਮਾਫ ਕੀਤੀ ਜਾਊਗੀ ਜਿਨ੍ਹਾਂ ਨੇ ਨੈਸ਼ਨੈਲਿਟੀਆਂ ਲੈਣੀਆਂ 10 ਸਾਲ ਦੇ ਬੇਸ ਤੇ ਬੱਚਿਆਂ ਨੇ। ਹੂੰ ਉਹ ਕਿੱਦਾਂ ਹੋਈ ਇਹਨਾਂ ਨੂੰ ਪੁੱਛਣਾ ਸਰ ਹੁਣਾਂ ਨੂੰ ਵੀ ਉਹ ਸਾਲ ਹੋ ਚੱਲਾ, ਉਹ ਕਹਿੰਦੇ ਸੀ ਉਹ ਦੇਖਣਾ ਮੁੜ ਕੇ ਉਹ ਜਵਾਬ ਨਹੀਂ ਦਿੰਦੇ ਉਹ ਜੀ। ਹਾਂਜੀ 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 ਥੋੜਾ ਮੈਂ ਸਵਾਲ ਸਮਝਦਾ। ਇੰਪਲੀਮੈਂਟ ਜਿਹੜੀ ਸੀਗੀ ਉਹ ਕੋਰਟ ਦੇ ਵਿੱਚ ਉਹ ਕੇਸ ਹੋਇਆ ਸੀਗਾ, ਪਰ ਹਾਂਜੀ। ਅਨਫੋਰਚੂਨੇਟਲੀ ਜਿਹੜਾ ਹੈਗਾ ਉਹ ਹਲੇ ਕਾਨੂੰਨ 'ਚ ਨਹੀਂ ਤਬਦੀਲ ਹੋਈ ਚੀਜ਼। ਫਿਲਹਾਲ ਸਰਕਾਰ ਨੂੰ ਕਈ ਕੁਛ ਹੋਰ ਚੀਜ਼ਾਂ ਨਾਲ ਜੂਝਣਾ ਪਿਆ ਪਿਛਲੇ ਸਾਲ, ਤਾਂ ਇਸ ਸਾਲ ਹਲੇ ਨਹੀਂ ਕੋਈ ਉਮੀਦ ਦੀ ਹਜੇ ਕਰੋਨਾ ਦਾ ਜਿਹੜਾ ਪ੍ਰੋਬਲਮ ਹੈ ਬ੍ਰੈਕਸਿਟ ਦਾ ਸੀਗਾ। ਹਾਂਜੀ ਇਹਨਾਂ ਨੇ ਪ੍ਰਾਇਓਰਟੀ ਲਈ ਹੈ। ਸੋ ਤੁਸੀਂ ਕਹਿੰਦੇ ਸੀ ਹੌਲੀ ਸ਼ਾਇਦ ਹੌਲੀ ਅਪ੍ਰੈਲ ਤਾਈਂ ਕਰ ਦੇਣਗੇ ਉਹ ਜੀ। ਜੀ ਵੈਸੇ ਸਰ ਕੋਈ ਕਹਿ ਨਹੀਂ ਸਕਦੇ। ਹਾਂਜੀ ਟਾਈਮ ਹੀ ਕੁਛ ਇਸ ਅਜੇ ਤਰ੍ਹਾਂ ਦਾ ਕੁਛ ਨਹੀਂ। ਹੈਗਾ ਅੱਜ ਦੀ ਡੇਟ ਤੇ। ਹਾਂਜੀ ਓਕੇ ਥੈਂਕ ਯੂ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਉਹਦੀ ਇਹ ਜਿਹੜੀ ਆਪਣੇ ਲਖਵੀਰ ਜੀ ਦੇਖੋ ਜਿਹੜੀ ਆਪਣੇ ਕਾਲਸ ਮੇਰੇ ਖਿਆਲ ਖਾਸ ਕਰਕੇ ਆਉਣੇ ਇਸ ਕਰਕੇ ਹੈਗੇ ਵੀ ਕਰੋਨਾ ਦੀ ਜਿਹੜੀ ਹੈਗੀ ਹੈ ਮੇਰੇ ਖਿਆਲ ਜਿਹੜਾ ਉਹਨਾਂ ਨੇ ਇੰਡੀਅਨ ਹਾਈ ਕਮਿਸ਼ਨ ਦੀ ਗੱਲ ਕੀਤੀ ਸੀ ਕਿਉਂਕਿ ਮੋਸਟ ਆਫਿਸਿਸ ਆਰ ਕਲੋਜ਼ਡ ਐਨੀਵੇ ਤੇ ਉੱਥੇ ਵੀ ਬੰਦ ਹੀ ਹੋਣਗੇ ਕਿਉਂਕਿ ਜੇ ਹੁਣ ਇਸ ਵੇਲੇ ਹਲੇ ਤਾਂ ਫਲਾਈਟਾਂ ਵੀ ਇਨ ਐਂਡ ਆਊਟ ਆਫ ਬ੍ਰਿਟਨ ਬੰਦ ਹੈਗੀਆਂ। ਸੋ ਉਹਦੇ ਕਾਰਨ ਤਾਂ ਮੇਰੇ ਖਿਆਲ ਜਿਹੜੇ ਵੀਜ਼ੇ ਦੀ ਗੱਲ ਹੈਗੀ ਆ ਵੀਜ਼ੇ ਦੀ ਵੀ ਬਹੁਤੀ ਮੇਰੇ ਖਿਆਲ ਉਡੀਕ ਹੀ ਕਰ ਲੈਣੀ ਚਾਹੀਦੀ ਹੈਗੀ ਇਹਨਾਂ ਨੂੰ ਨਹੀਂ। ਐਪਲੀਕੇਸ਼ਨ ਲੱਗੇ ਹੋਏ ਉਹਨਾਂ ਦੇ ਵੀਜ਼ਾ ਲੱਗੇ ਆ, ਜਿਹੜੇ ਵੀਜ਼ਾ ਲੱਗੇ ਉਹਨਾਂ ਦੇ ਰੈਕੋਰਡ ਹੁੰਦੇ ਆ ਬ੍ਰਿਟਿਸ਼ ਹਾਈ ਕਮਿਸ਼ਨ ਦੇ ਵਿੱਚ, ਹੋਮ ਆਫਿਸ ਦੇ ਕੋਲ ਵੀ ਲਿਖੇ ਹੁੰਦੇ ਆ। ਉਹਨਾਂ ਨੂੰ ਪਤਾ ਹੈ ਜਸਟ ਲਾਈਕ ਫਰਸਟ ਲਾਕਡਾਊਨ ਜਿਹੜਾ ਟਰੈਵਲ ਰਿਸਟ੍ਰਿਕਸ਼ਨ ਉਹਨਾਂ ਨੇ ਬੰਦ ਕੀਤੀ ਸੀਗੀ, ਜਦੋਂ ਉਹਨਾਂ ਨੇ ਖੋਲਣਾ ਉਹਨਾਂ ਨੇ ਜਿਹੜੇ ਵੀਜ਼ਾ ਡੇਟ ਹੈਗਾ ਟਰੈਵਲ ਇੰਟੈਂਡਡ ਡੇਟਸ ਉਹਨਾਂ ਦੇ ਅੱਗੇ ਕਰ ਦੇਣਾ ਹੈਗਾ। ਸੋ ਤੁਸੀਂ ਬੇਫਿਕਰ ਰਹੋ, ਜੇ ਤੁਹਾਡਾ ਵੀਜ਼ਾ ਟਰੈਵਲ ਡੇਟ ਲਿਖੀ ਹੋਈ ਹੈ ਕਿ ਇਸ ਸਮੇਂ ਦੇ ਵਿੱਚ ਤੁਸੀਂ ਨਿਕਲ ਕੇ ਜਾਣਾ ਹੈਗਾ, ਉਹਨਾਂ ਨੇ ਆਟੋਮੈਟਿਕਲੀ ਅੱਗੇ ਕਰ ਦੇਣਾ ਹੈਗਾ ਬਿਕਾਜ਼ ਉਹਨਾਂ ਦੇ ਰੈਕੋਰਡ ਹੈਗੇ ਆ। ਹਾਂ ਨਹੀਂ ਵੈਸੇ ਵੀ ਜਿਹੜੀ ਹੁਣ ਦੇਖੋ ਨਾ ਜਿਹੜੀ ਰਿਸਟ੍ਰਿਕਸ਼ਨ ਹੈਗੀ ਆ ਮੈਂ ਕੱਲ੍ਹ ਹੀ ਦੇਖ ਰਿਹਾ ਸੀਗਾ ਹੁਣ ਜਿੱਦਾਂ ਹੌਲੀਡੇ ਦੀ ਭਾਵੇਂ ਕਿਸੇ ਨੇ ਜਾਣਾ ਹੋਵੇ ਤੇ ਉਹਦੇ ਲਈ ਵੀ ਉਹਨਾਂ ਨੇ ਕਿਹਾ ਹੈਗਾ ਵੀ ਪਲੀਜ਼ ਡੂ ਨਾਟ ਬੁੱਕ ਐਨੀਵੇਅਰ ਤੇ ਇਸੇ ਲਈ ਹੁਣ ਜਿੱਦਾਂ ਹੈਗਾ ਵੀ ਜਿਹੜਾ ਹੁਣ ਇੰਡੀਆ ਨੂੰ ਜਾਣਾ ਜਾਂ ਮਤਲਬ ਹੋਰ ਕਿਸੇ ਕੰਟਰੀ ਨੂੰ ਵੀ ਜਾਣਾ ਹੈਗਾ ਤੇ ਜਦੋਂ ਇੱਥੋਂ ਹੀ ਇਨ ਐਂਡ ਆਊਟ ਫਲਾਈਟਸ ਹੈਗੀਆਂ ਬਾਹਰਲੇ ਮੁਲਕਾਂ ਨੇ ਵੀ ਇਹ ਕਹਿ ਦਿੱਤਾ ਹੈਗਾ ਤੇ ਜਿਹੜੀਆਂ ਅਸੀਂ ਇਸ ਚੀਜ਼ ਨੂੰ ਦੇਖ ਕੇ ਸਕਦੇ ਹੈਗੇ ਆ ਕਿ ਜਿਹੜੇ ਵੀਜ਼ੇ ਲੱਗੇ ਹੋਏ ਆ ਜਾਂ ਨਹੀਂ ਲੱਗੇ ਹੋਏ ਉਹਨਾਂ ਦੇ ਲਈ ਤੇ ਠੀਕ ਹੈ ਜਿਹਨੇ ਲੱਗਾ ਹੁੰਦਾ ਉਹਨੂੰ ਫਿਕਰ ਤਾਂ ਜ਼ਰੂਰ ਹੁੰਦਾ ਹੈਗਾ ਵੀ ਮੈਂ ਯਾਰ ਮੇਰਾ ਵੀਜ਼ਾ ਲੱਗਾ ਆ ਕਿਤੇ ਇਹ ਖਤਮ ਹੋ ਜਾਏ ਮੈਨੂੰ ਦੁਬਾਰਾ ਲਾਉਣਾ ਪਏਗਾ। ਇਹੋ ਜਿਹੇ ਜਿਹੜੇ ਮਤਲਬ ਛੋਟੇ ਭਾਵੇਂ ਛੋਟੇ ਚਾਹੇ ਇਹ ਇਸ਼ੂ ਤਾਂ ਇਹ ਆਉਂਦੇ ਹੀ ਆਪਣੇ ਕੋਲ ਰਹਿਣੇ ਹੈਗੇ। ਪਹਿਲਾਂ ਆਪਾਂ ਕਾਲ ਲੈ ਲਈਏ ਫਿਰ ਇਹਦੇ ਤੇ ਆਪਾਂ ਗੱਲ ਕਰਦੇ ਹਾਂ। ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਜੀ। ਹਾਂਜੀ ਤੁਸੀਂ ਵਕੀਲ ਸਾਹਿਬ ਨੂੰ ਕੀ ਪੁੱਛਣਾ ਚਾਹੁੰਦੇ ਹੋ? ਅਸੀਂ ਇਹ ਪੁੱਛਣਾ ਸੀਗਾ ਜੀ ਜਿੱਦਾਂ ਸਾਡੇ ਮਦਰ ਇਨ ਲਾ ਪੈਨਸ਼ਨ ਕ੍ਰੈਡਿਟ ਵਾਸਤੇ ਅਪਲਾਈ ਕੀਤਾ ਸੀਗਾ ਤਾਂ ਉਹਨਾਂ ਦੀ ਉਮਰ 65 ਸਾਲ ਤੋਂ ਉੱਪਰ 66 ਸਾਲ ਹੋ ਗਈ ਤੇ NI ਨੰਬਰ ਨਹੀਂ ਉਹਨਾਂ ਦਾ ਹੈਗਾ ਜੀ। ਕਹਿੰਦੇ ਵੀ NI ਨੰਬਰ ਦੱਸੋ। ਹਾਂਜੀ ਹੈ ਕੁਛ ਜੀ? NI ਨੰਬਰ ਤੋਂ ਬਗੈਰ ਕਿੱਦਾਂ ਅਪਲਾਈ ਕਰ ਸਕਦੇ ਆ ਜੀ? ਹਾਂਜੀ ਗੁਰਜਿੰਦਰ ਜੀ। ਹਾਂਜੀ ਮੈਨੂੰ ਥੋੜਾ ਸਵਾਲ ਨਹੀਂ ਸਮਝ ਆਇਆ ਭਾਜੀ, ਮੁੜ ਕੇ ਫਿਰ ਰਿਪੀਟ ਕਰੀਏ। ਦੁਬਾਰਾ ਪੁੱਛਿਓ ਜਰਾ ਕਿ ਉੱਚੀ ਬੋਲੋ ਥੋੜਾ ਜਿਹਾ। ਹਾਂਜੀ ਹਾਂਜੀ ਸਰ ਜਿੱਦਾਂ ਮੇਰੇ ਮਦਰ ਇਨ ਲਾ ਦਾ ਕਲਰ ਅਪਲਾਈ ਕੀਤਾ ਸੀਗਾ ਤੇ ਉਹ ਇੰਡੀਆ ਤੋਂ ਆਏ ਜਿੱਦਾਂ ਹੁਣੇ ਹੁਣ ਉਹਨਾਂ ਦੀ ਉਮਰ 65 ਸਾਲ ਤੋਂ ਉੱਪਰ ਆ ਤੇ ਉਹਨਾਂ ਦਾ NI ਨੰਬਰ ਨਹੀਂ ਹੈਗਾ ਤੇ ਪੈਨਸ਼ਨ ਕ੍ਰੈਡਿਟ ਵਾਲੇ NI ਨੰਬਰ ਮੰਗੀ ਜਾਂਦੇ ਵਾਰ-ਵਾਰ। ਤੁਸੀਂ ਪੈਨਸ਼ਨ ਲਈ ਅਪਲਾਈ ਕੀਤਾ ਸੀ? ਹਾਂਜੀ ਪੈਨਸ਼ਨ ਵਾਸਤੇ ਉਹਨਾਂ ਨੇ ਅਪਲਾਈ ਕੀਤਾ ਸੀ। ਇੰਡੀਆ ਤੋਂ ਉਹ ਆਏ ਹੈਗੇ ਆ ਤੇ ਉਹ NI ਨੰਬਰ ਮੰਗਦੇ ਆ ਤੇ ਉਹ ਉਹਨਾਂ ਦੇ ਕੋਲ ਹੈ ਨਹੀਂ, ਹੈ ਨਾ? ਇਹੀ ਕਹਿ ਰਹੇ ਤੁਸੀਂ? ਹਾਂਜੀ 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 ਹੈ ਕੁਛ ਆਈਡੀਆ ਗੁਰਜਿੰਦਰ? ਸਰ ਇਹ ਜਿਹੜਾ ਹੈਗਾ ਇਹ ਵੈਲਫੇਅਰ ਤੇ ਬੈਨੀਫਿਟਸ ਦੇ ਰਿਲੇਟਡ ਸਵਾਲ ਆ ਜਾਂਦਾ। ਆਈ ਮੀਨ ਜੇ ਇਮੀਗ੍ਰੇਸ਼ਨ ਦੇ ਰਿਲੇਟਡ ਕੋਈ ਹੈਗਾ ਕੁਐਸਚਨ ਅਸੀਂ ਉਹਨੂੰ ਆਨਸਰ ਕਰ ਸਕਦੇ ਆ। ਬੈਸਟ ਇਹੀ ਆ ਵੀ ਜੇ ਜਿਹੜਾ ਡਿਪਾਰਟਮੈਂਟ ਆਫ ਵਰਕ ਐਂਡ ਪੈਨਸ਼ਨਸ ਹੈਗਾ ਜੇ ਤੁਹਾਨੂੰ ਆਪਣਾ ਕੋਈ ਵੀ ਹੱਕ ਲੈਣ 'ਚ ਕੋਈ ਦਿੱਕਤ ਆ ਰਹੀ ਆ ਤੁਸੀਂ ਡਾਇਰੈਕਟਲੀ ਡਿਪਾਰਟਮੈਂਟ ਆਫ ਵਰਕ ਐਂਡ ਪੈਨਸ਼ਨਸ ਨੂੰ ਫੋਨ ਕਰੋ ਜਾਂ ਤਾਂ ਤੁਸੀਂ ਉਹਨਾਂ ਤੋਂ ਇਨਫੋਰਮੇਸ਼ਨ ਲੈ ਸਕਦੇ ਆ। ਹਾਂਜੀ ਵੀ ਉਹ ਤੁਸੀਂ ਕਿਹੜੀ ਚੀਜ਼ ਚਾਹੀਦੀ ਹੈ, ਕਿਹੜੀ ਕਮੀ ਆ ਰਹੀ ਹੈ, ਉਹ ਕਿਸ ਤਰ੍ਹਾਂ ਪੂਰੀ ਹੋ ਸਕਦੀ ਹੈ। ਆਈ
ਸਿੰਘ ਮੇਰੇ ਖਿਆਲ ਜਿਹੜਾ ਤੁਸੀਂ ਸਵਾਲ ਇਹ ਪੁੱਛ ਰਹੇ ਹੋ ਵੀ ਉਹ ਇੰਡੀਆ ਤੋਂ ਮਦਰ ਇਨ ਲੋ ਹੈ ਪੈਨਸ਼ਨ, ਮੇਰੇ ਖਿਆਲ ਪੈਨਸ਼ਨ ਸ਼ਾਇਦ ਨਾ ਹੋਵੇ, ਮੇਬੀ ਤੁਹਾਡੇ ਲਈ ਕੋਈ ਕ੍ਰੈਡਿਟ ਦੀ ਗੱਲ, ਜਿਹੜੇ ਆਪਣੇ ਯੂਨੀਵਰਸਲ ਕ੍ਰੈਡਿਟ ਹੈਗੇ ਇਹੋ ਜਿਹੇ ਕੋਈ ਹੋਵੇ ਗੱਲ ਅਪਲਾਈ ਕਰ ਸਕਦੇ ਹੋਵੋ। ਇਹ ਬਹੁਤੀ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਤੁਸੀਂ ਜਿੱਦਾਂ ਹੁਣੇ ਵਕੀਲ ਹੋਰਾਂ ਨੇ ਸਾਨੂੰ ਕਿਹਾ ਹੈਗਾ ਵੀ ਇਹ ਜਿਹੜੀ ਪੈਨਸ਼ਨ ਡਿਪਾਰਟਮੈਂਟ ਹੈਗੀਆਂ ਜਾਂ ਵਰਕਸ ਐਂਡ ਪੈਨਸ਼ਨ ਡਿਪਾਰਟਮੈਂਟ ਹੈਗੀ ਉੱਥੇ ਉਹਨਾਂ ਦੇ ਕੋਲ ਜਾ ਕੇ ਜਿਹੜੇ ਖਾਸ ਕਰਕੇ ਇਸ ਚੀਜ਼ ਨੂੰ ਜਾਣਦਾ ਹੋਵੇ ਉਹਨਾਂ ਨੂੰ ਪੁੱਛੋ। ਇੱਥੇ ਸਾਡੇ ਕੋਲ ਤਾਂ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਦੀ ਖਾਸ ਕਰਕੇ ਗੱਲ ਹੈਗੀ ਆ ਉਹ ਤੁਸੀਂ ਪੁੱਛ ਸਕਦੇ ਹੋ। ਹਾਂਜੀ, ਮੈਂ ਜਿਹੜੀ ਲਖਵਿੰਦਰ ਜੀ ਜਿਹੜੀ ਪਹਿਲੇ ਮੈਂ ਗੱਲ ਕਰ ਰਿਹਾ ਸੀਗਾ ਜਿਹੜੀ ਵੀਜ਼ੇ ਵਾਲੀ, ਜਿੱਦਾਂ ਮਤਲਬ ਕੋਈ ਟਰੈਵਲ ਤਾਂ ਨਹੀਂ ਕਰ ਰਿਹਾ ਹੈਗਾ ਪਰ ਫਿਰ ਵੀ ਲੋਕਾਂ ਨੂੰ ਆਪਸ ਵਿੱਚ ਹੀ ਇਹ ਹੁੰਦਾ ਹੈਗਾ ਵੀ ਜੇ ਫਰਜ਼ ਕਰੋ ਮੈਂ ਵੀਜ਼ੇ ਲਈ ਪਹਿਲਾਂ ਅਪਲਾਈ ਕਰ ਦਿੱਤਾ ਸੀ, ਉਹ ਵੀਜ਼ਾ ਗ੍ਰਾਂਟ ਹੋ ਗਿਆ ਹੈਗਾ ਤੇ ਲੋਕਾਂ ਨੂੰ ਮੇਰੇ ਕੋਲ ਜਿਹੜੇ ਖਾਸ ਕਰਕੇ ਇਸ ਚੀਜ਼ ਦਾ ਬੜਾ ਫਿਕਰ ਜਿਹਾ ਰਹਿੰਦਾ ਹੈਗਾ ਵੀ ਹਾਂ ਯਾਰ ਮੈਂ ਵੀਜ਼ਾ ਲਿਆ ਹੋਇਆ ਸੀਗਾ ਤੇ ਹੁਣ ਇਹ ਖਤਮ ਹੋ ਜਾਣਾ ਤੇ ਕੀ ਹੋਊਗਾ, ਕਿੱਦਾਂ ਹੋਊਗਾ। ਇਹੋ ਜਿਹੇ ਸਵਾਲ ਜਿਹੜੇ ਬਹੁਤ ਮੇਰੇ ਖਿਆਲ ਹੈਗੇ ਆ ਕਿਉਂਕਿ ਐਵਰੀਬਡੀ ਤੁਹਾਨੂੰ ਪਤਾ ਹੀ ਆ ਵੀ ਜਿਹਨੇ ਟਰੈਵਲ ਕਰਨਾ ਹੁੰਦਾ ਵਰੀਡ ਦਾ ਹੁੰਦਾ ਹੀ ਆ। ਮੇਰੇ ਕਾਗਜ਼ ਜਿਹੜੇ ਸਾਰੇ ਐਨ ਅਪ ਟੂ ਡੇਟ ਹੋਣੇ ਚਾਹੀਦੇ ਆ, ਪਾਸਪੋਰਟ ਅਪ ਟੂ ਡੇਟ ਹੋਣਾ ਚਾਹੀਦਾ, ਵੀਜ਼ਾ ਅਪ ਟੂ ਡੇਟ ਹੋਣਾ ਚਾਹੀਦਾ ਜਾਂ ਹੋਰ ਕੋਈ ਮੈਡੀਕਲ ਚੀਜ਼ ਦਵਾਈਆਂ ਚੀਜ਼ਾਂ ਇਹੋ ਜਿਹੇ ਤਾਂ ਹੁੰਦਾ ਹੀ ਹੈਗਾ ਵੀ ਜਿੱਦਾਂ ਲਖਵਿੰਦਰ ਉਹਨਾਂ ਨੇ ਪਹਿਲਾਂ ਕਿਹਾ ਸੀਗਾ ਵੀ ਹਾਂ ਜਿਹੜੇ ਵੀਜ਼ੇ ਹੈਗੇ ਆ ਵੀ ਉਹ ਐਕਸਟੈਂਡ ਕਰ ਸਕਦੇ ਹੈਗੇ। ਮੈਂ ਕਿਹਾ ਟੂ ਪੁੱਟ ਦ ਮਾਈਂਡ at rest for the people, I think if you could state the whole thing again. ਹਾਂਜੀ, ਮੈਂ ਸਿਰਫ ਦਰਸ਼ਕਾਂ ਨੂੰ ਕਹਾਂਗਾ ਕਿ ਤੁਹਾਡਾ ਵੀਜ਼ਾ ਲੱਗਿਆ ਹੋਇਆ ਉਹਦੇ ਤੇ ਡੇਟ ਹੁੰਦੀ, ਵੈਲਿਡਿਟੀ ਡੇਟ ਹੁੰਦੀ, ਇਸ਼ੂ ਡੇਟ ਤੇ ਵੈਲਿਡਿਟੀ, ਮਤਲਬ ਜਦੋਂ ਤੁਹਾਡਾ ਵੀਜ਼ਾ ਖਤਮ ਹੋਣ ਵਾਲਾ। ਤੁਸੀਂ ਬੇਫਿਕਰ ਰਹੋ, ਜਿਹੜੀ ਗਵਰਨਮੈਂਟ ਹੈਗੀ ਉਹਨਾਂ ਨੇ ਆਪ ਇਨੀਸ਼ੀਏਟ ਕੀਤਾ ਹੈਗਾ ਲੋਕਡਾਊਨ ਤੇ ਬਿਕਾਜ਼ ਦੇ ਨੋ ਦਿਸ ਬ੍ਰਿਟਿਸ਼ ਹਾਈ ਕਮਿਸ਼ਨ ਸਾਰਿਆਂ ਨੂੰ ਉਹਨਾਂ ਨੂੰ ਇਨਫੋਰਮੇਸ਼ਨ ਦੇ ਦਿੱਤੀ ਕਿ ਇਸ ਤਰੀਕੇ ਨਾਲ ਅਸੀਂ ਬੰਦ ਕੀਤਾ ਹੈਗਾ। ਜਦੋਂ ਉਹਨਾਂ ਨੇ ਬੋਰਿਸ ਜੌਨਸਨ ਨੇ ਮਾਰਚ ਦੇ ਵਿੱਚ ਰਿਵਿਊ ਕਰਨਾ ਹੈਗਾ, ਉਹਨਾਂ ਨੇ ਫਿਰ ਦੱਸਣਾ ਕਿ ਖੁੱਲਣਾ ਕਿ ਨਹੀਂ ਖੁੱਲਣਾ, ਜਾਂ ਟਰੈਵਲ ਰਿਸਟ੍ਰਿਕਸ਼ਨ ਕੀ ਹੈਗੇ ਜਾਂ ਲਿਮਿਟਡ ਹੋਏ ਆ। ਜਿਨ੍ਹਾਂ ਦੇ ਵੀਜ਼ਾ ਹੈਗੇ ਆ ਤੇ ਤੁਹਾਨੂੰ ਚਿੰਤਾ ਹੈਗੀ ਹੈ ਕਿ ਉਹ ਕਲੋਜ਼ ਹੋ ਗਈ ਹੈ, ਐਕਸਪਾਇਰ ਹੋਣ ਵਾਲੇ ਆ, ਤੁਸੀਂ ਬੇਫਿਕਰ ਰਹੋ। ਗਵਰਨਮੈਂਟ ਨੂੰ ਪਤਾ ਹੈਗਾ ਅਸੀਂ ਇਸ਼ੂ ਕੀਤਾ ਸੀਗਾ ਵੀਜ਼ਾ, ਉਹਨਾਂ ਨੇ ਆਟੋਮੈਟਿਕਲੀ ਕੋਈ ਪ੍ਰੋਵੀਜ਼ਨ ਬਣਾ ਦਿੱਤੀ ਹੋਣੀ ਹੈ ਜਿਹਦੇ ਵਿੱਚ ਐਕਸਟੈਂਸ਼ਨ ਤੁਹਾਨੂੰ ਮਿਲ ਸਕਦਾ ਹੈ। ਉਹ ਜਿਹੜੀ ਸਟੇਟਸ ਜਾਂ ਐਂਟਰੀ ਦਾ ਡੇਟ ਹੈਗਾ ਉਹਨਾਂ ਨੇ ਅੱਗੇ ਕਰ ਦੇਣਾ ਹੈਗਾ। ਤੁਸੀਂ ਬੇਫਿਕਰ ਰਹੋ, ਇਹਦੇ ਵਿੱਚ ਤੁਸੀਂ ਚਿੰਤਾ ਨਾ ਕਰੋ। ਜ਼ਿਆਦਾ ਚਿੰਤਾ ਹੈਗੀ ਹੈ ਕਿ ਤੁਸੀਂ ਸਾਨੂੰ ਨੰਬਰ ਆਇਆ ਹੋਣਾ ਸਕਰੀਨ ਉੱਤੇ, ਸਾਨੂੰ ਜ਼ਰੂਰ ਫੋਨ ਕਰੋ ਤੇ ਅਸੀਂ ਤੁਹਾਡੇ ਔਨ ਯੂਰ ਬਿਹਾਫ ਇਨਕੁਆਇਰੀ ਕਰ ਸਕਦੇ ਆ ਜਾਂ ਤੁਹਾਨੂੰ ਤਸੱਲੀ ਤੇ ਦੇ ਸਕਦੇ ਆ ਐਟਲੀਸਟ ਕਿ ਦੇਖੋ ਡੋਂਟ ਗੈਟ ਇਨਟੂ ਅ ਪੈਨਿਕ, ਤੁਹਾਡੀ ਜਿਹੜੀ ਡੇਟ ਆਫ ਐਂਟਰੀ ਹੈਗੀ ਉਹ ਮੂਵ ਹੋ ਜਾਏਗੀ। ਲੋਕਡਾਊਨ ਜਦੋਂ ਮਾਰਚ ਵਿੱਚ ਹੋਇਆ ਸੀ, ਲੋਕਡਾਊਨ ਨੰਬਰ 1, ਉਹ ਸਹੀ ਪ੍ਰੋਵੀਜ਼ਨ ਯੂਕੇ ਗਵਰਨਮੈਂਟ ਉਹਨਾਂ ਨੇ ਕੇਟਰ ਕੀਤਾ ਸੀਗਾ, ਜਿਨ੍ਹਾਂ ਨੇ ਸ਼ਾਦੀ ਕੀਤਾ ਰਜਿਸਟਰ ਆਏ ਸੀਗੇ, ਜਿਨ੍ਹਾਂ ਦੇ ਡਿਪੈਂਡੈਂਟ ਰਿਲੇਟਿਵ ਹੈਗੇ ਸੀ। EU ਸਾਰੇ ਥਰੂ ਦ ਸਾਈਮ ਅਗੇਨ, ਇਫ ਐਨੀਥਿੰਗ ਇਟਸ ਅ ਬੈਟਰ ਸਿਸਟਮ because they've got experience ਹੁਣ ਤਾਂ ਤੀਜੀ ਵਾਰ ਹੋ ਰਿਹਾ, so it's a better system now in place। ਤੇ ਕੀ ਇਹ ਗੁਰਜਿੰਦਰ ਜਿਹੜੇ ਮਤਲਬ ਜਿਹੜੇ ਇੰਡੀਆ ਵੀਜ਼ਾ ਲਾਉਣੇ ਆਪਾਂ ਬ੍ਰਿਟਿਸ਼ ਪਾਸਪੋਰਟ ਵਾਲੇ ਹੈਗੇ ਆ ਜਿਨ੍ਹਾਂ ਨੇ ਫਰਜ਼ ਕਰੋ ਇਹ ਪਹਿਲਾਂ ਲੋਕਡਾਊਨ ਦਾ ਜਿਹੜਾ ਪਹਿਲੇ ਸੀਗਾ ਜਾਂ ਸੈਕੰਡ ਜਾਂ ਜਦੋਂ ਵੀ ਅਪਲਾਈ ਕੀਤਾ ਹੋਏਗਾ ਉਹਨਾਂ ਨੇ, ਤੇ ਜੇ ਉਹ ਵੀਜ਼ਾ ਹੈਗਾ ਇੰਡੀਆ ਤੇ ਜ਼ਿਆਦਾ ਨਹੀਂ ਹਲੇ ਸਕਦੇ ਹੈਗੇ ਕਿ ਉਹਦੇ ਵਿੱਚ ਵੀ ਆਹ ਹੀ ਜਿਹੜੀ ਆਪਣੇ ਲਖਵਿੰਦਰ ਹੋਣੀ ਗੱਲ ਕਹਿ ਰਹੇ ਹੈਗੇ ਡਜ਼ ਦੈਟ ਅਪਲਾਈ? ਸੀ ਇੰਡੀਆ ਸਰਕਾਰ ਹਜੇ ਸਾਇਲੈਂਟ ਹੈ ਇਸ ਚੀਜ਼ ਤੇ, ਸੋ ਹਜੇ ਕੋਈ ਵੀ ਨੋਟੀਫਿਕੇਸ਼ਨ ਨਹੀਂ ਆਇਆ, ਨਾ ਕੋਈ ਉਹਨਾਂ ਨੇ ਕੋਈ ਇਸ ਤਰ੍ਹਾਂ ਦੀ ਕੋਈ ਪਬਲੀਕੇਸ਼ਨ ਕੀਤੀ ਹੈ। ਸੋ ਜਿਹੜੀ ਵੀ ਕੋਈ ਜਾਣਕਾਰੀ ਹੋਊਗੀ ਜਾਂ ਕੋਈ ਪਬਲੀਕੇਸ਼ਨ ਹੋਏਗਾ ਉਹਨਾਂ ਦੀ ਵੈਬਸਾਈਟ ਤੇ ਹੋਏਗਾ। ਸੋ ਜੇ ਸਾਡੇ ਕਿਸੇ ਭੈਣਾਂ ਭਰਾਵਾਂ ਨੂੰ ਕੋਈ ਚਿੰਤਾ ਹੈਗੀ, ਉਹਨਾਂ ਦਾ ਕੋਈ ਵੀਜ਼ਾ ਉਹਨਾਂ ਲੱਗਾ ਆ, ਐਕਸਪਾਇਰ ਹੋ ਰਿਹਾ, ਉਹਨਾਂ ਨੂੰ ਆਪਣੀ ਇਨਕੁਆਇਰੀ ਜਿਹੜੀ ਹੈਗੀ ਉਹ ਡਾਇਰੈਕਟਲੀ ਇੰਡੀਅਨ ਐਮਬੈਸੀ ਦੇ ਨਾਲ ਉਹ ਕਰਨ। ਸੋ ਉਸ ਚੀਜ਼ ਦਾ ਆਈ ਥਿੰਕ ਆਮ ਸ਼ੋਰ ਉਹਨਾਂ ਦੇ ਈਮੇਲ ਐਡਰੈਸ ਹੈਗੇ ਆ, ਉਹਦੇ ਤੇ ਤੁਸੀਂ ਉਹਨਾਂ ਨੂੰ ਕੰਟੈਕਟ ਕਰ ਸਕਦੇ ਆ। ਕੰਮ ਸਾਰੇ ਹੀ ਕਰ ਰਹੇ ਆ ਬਟ ਬਿਹਾਈਂਡ ਕਲੋਜ਼ਡ ਡੋਰਸ, ਸੋ ਜੇ ਤੁਸੀਂ ਉਹਨਾਂ ਨੂੰ ਕੰਟੈਕਟ ਕਰਨਾ ਤੁਸੀਂ ਈਮੇਲ ਕਰੋ, ਈਮੇਲ ਦੇ ਜ਼ਰੀਏ ਤੁਸੀਂ ਉਹਨਾਂ ਨੂੰ ਕੰਟੈਕਟ ਕਰੋ ਐਂਡ ਆਮ ਸ਼ੋਰ ਵੀ ਉਹ ਤੁਹਾਨੂੰ ਸਹੀ ਇਨਫੋਰਮੇਸ਼ਨ ਜਿਹੜੀ ਹੈਗੀ ਉਹ ਦੇ ਸਕਦੇ। ਓਕੇ, ਕਾਲ ਲਈਏ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹੈਲੋ। ਹਾਂਜੀ ਹਾਂਜੀ, ਤੁਸੀਂ ਔਨ 에ਅਰ ਹੋ, ਤੁਸੀਂ ਕੀ ਪੁੱਛਣਾ ਚਾਹੁੰਦੇ ਹੋ ਵਕੀਲ ਜੀ? ਮੈਂ ਪੁੱਛਣਾ ਸੀ ਕਿ ਮੈਂ ਟੀਅਰ 4 ਸਟੂਡੈਂਟ ਵੀਜ਼ਾ ਤੇ ਆ ਹੁਣ, ਤੇ ਮੇਰਾ ਜਿਹੜਾ ਵੀਜ਼ਾ ਹੈਗਾ ਉਹ ਫਰਵਰੀ ਦੇ ਸਟਾਰਟਿੰਗ 'ਚ ਐਕਸਪਾਇਰ ਹੋ ਜਾਣਾ ਆ। ਤੇ ਹੈਲੋ, ਹਾਂਜੀ ਤੇ ਮੈਂ ਪੁੱਛਣਾ ਸੀ ਕਿ ਮੇਰੇ ਕੋਲ ਕਰੰਟ ਜੋਬ ਵੀ ਹੈਗੀ ਆ, ਤੇ ਜਿਹੜਾ ਕੋਵਿਡ ਐਕਸਟੈਂਸ਼ਨ ਕਿਉਂਕਿ ਉਹ ਜੋਬ ਸਪੋਂਸਰਡ ਨਹੀਂ ਹੈਗੀ, ਤੇ ਜੇ ਮੈਂ ਕੋਵਿਡ ਐਕਸਟੈਂਸ਼ਨ ਦੇ ਬੇਸ ਤੇ
ਅਪਲਾਈ ਕਰਨਾ ਹੈ ਤੇ ਮੇਰਾ ਕਿਹੜਾ ਵੀਜ਼ਾ ਵਧੂਗਾ, ਟੀਅਰ 4 ਹੋਊਗਾ ਜਾਂ ਕਿਹੜਾ ਮੈਨੂੰ ਵੀਜ਼ਾ ਮਿਲੂਗਾ? ਯੂ ਅੰਡਰਸਟੈਂਡ ਬੜੀ ਗੱਲ? ਹਾਂਜੀ ਭੈਣ ਜੀ ਤੁਹਾਡਾ ਇਰਾਦਾ ਕੀ ਹੈ ਵੈਸੇ? ਬਾਅਦ ਚ ਤੁਹਾਡੀ ਪੜ੍ਹਾਈ ਹੁਣ ਫਿਨਿਸ਼ ਹੋ ਗਈ ਹੈ? ਹਾਂਜੀ, ਮੈਂ MSc ਕੀਤੀ ਸੀਗੀ ਤੇ ਮੇਰੀ ਨਵੰਬਰ 2020 ਦੇ ਵਿੱਚ ਫਿਨਿਸ਼ ਹੋ ਗਈ ਹੈ ਮੇਰੀ ਪੜ੍ਹਾਈ ਤੇ ਕਰੰਟਲੀ ਮੈਂ ਇੱਕ ਕੰਪਨੀ 'ਚ ਜੌਬ ਕਰ ਰਹੀ ਹਾਂ ਤੇ ਕੰਟਰੈਕਟ ਹੈਗਾ ਆ, ਪਰ ਉਹ ਰਿਕੁਆਇਰਮੈਂਟ ਇਹ ਹੈ ਕਿ ਵੀ ਮੇਰਾ ਜੇ ਵੀਜ਼ਾ ਜਿੱਦਾਂ 2 ਫਰਵਰੀ ਤੱਕ ਹੈ ਤੇ ਉਸ ਤੋਂ ਜ਼ਿਆਦਾ ਹੋਗਾ ਤਾਂ ਫਿਰ ਮੈਨੂੰ ਨੈਕਸਟ ਕੰਟਰੈਕਟ ਦੇਣਗੇ ਤੇ ਕਿਉਂਕਿ ਉਹ ਸਪਾਂਸਰ ਨਹੀਂ ਹੈਗੀ ਤੇ ਸੈਕਿੰਡ ਦੂਸਰਾ ਆਪਸ਼ਨ ਜੇ ਕੋਵਿਡ ਦਾ ਪਾਉਂਦੇ ਆ ਤੇ ਉਹ ਮੈਂ ਪੁੱਛਣਾ ਸੀ ਮੈਨੂੰ ਟੀਅਰ 4 ਮਿਲੂਗਾ ਜਾਂ ਫਿਰ ਕਿਹੜਾ ਵੀਜ਼ਾ ਮਿਲੂਗਾ ਕਿ ਮੈਂ ਉਹਦੇ ਬੇਸ ਤੇ ਕੰਮ ਕਰ ਸਕਦੀ ਹਾਂ? ਓਕੇ ਭੈਣ ਜੀ, ਤੁਹਾਨੂੰ ਮਾੜੀ ਜਿਹੀ ਕਨਫਿਊਜ਼ਨ ਆ। ਓਕੇ, ਸੋ ਤੁਹਾਡਾ ਜਿਹੜਾ ਟੀਅਰ 4 ਵੀਜ਼ਾ ਆ ਉਹ ਫੈਬਰੀ ਚ ਐਕਸਪਾਇਰ ਹੋ ਗਿਆ। ਤੁਹਾਡੀ ਪਰਮਿਸ਼ਨ ਜਿਹੜੀ ਇੰਗਲੈਂਡ ਚ ਰਹਿਣ ਦੀ ਆ ਉਹ ਐਜ਼ ਅ ਸਟੂਡੈਂਟ ਆ। ਸੋ ਜੇ ਤੁਹਾਡੀ ਪੜ੍ਹਾਈ ਨਹੀਂ ਉਹ ਹੁਣ ਫਿਨਿਸ਼ ਹੋ ਗਈ ਹੈ ਤੇ ਤੁਹਾਡਾ ਵੀਜ਼ਾ ਵੀ ਫਿਨਿਸ਼ ਹੋ ਗਿਆ ਐਂਡ ਤੁਹਾਨੂੰ ਸਪਾਂਸਰਸ਼ਿਪ ਨਹੀਂ ਮਿਲੀ ਜਾਂ ਤੁਸੀਂ ਗਾਂ ਨਹੀਂ ਪੜ੍ਹਨਾ ਤਾਂ ਤੁਹਾਨੂੰ ਫਿਰ ਮੁੜ ਕੇ ਇੰਡੀਆ ਜਾਣਾ ਪੈਣਾ। ਜੇ ਤੁਸੀਂ ਇੱਥੇ ਜਦੋਂ ਤੁਸੀਂ ਕਹਿੰਦੇ ਆ ਵੀ ਸਪਾਂਸਰਸ਼ਿਪ ਤੁਸੀਂ ਲੈਣ ਵਾਸਤੇ ਵੈਸੇ ਹੀ ਕੋਈ ਹੋਲਡਿੰਗ ਐਪਲੀਕੇਸ਼ਨ ਤੁਸੀਂ ਲਗਾ ਸਕਦੇ ਹੋ ਜਿਹਦੀ ਬੇਸ ਤੇ ਕੁਝ ਸਮੇਂ ਵਾਸਤੇ ਤੁਹਾਡਾ ਵੀਜ਼ਾ ਜਿਹੜਾ ਹੈਗਾ ਜੋ ਕਰੰਟ ਤੁਹਾਡਾ ਸਟੇਟਸ ਹੈ ਉਹ ਐਕਸਟੈਂਡ ਹੋ ਜਾਏਗਾ ਜਿੰਨਾ ਚਿਰ ਹੋਮ ਆਫਿਸ ਦਾ ਕੋਈ ਜਵਾਬ ਨਹੀਂ ਆ ਜਾਂਦਾ। ਸੋ ਉਸ ਦੌਰਾਨ ਜੇ ਤੁਹਾਨੂੰ ਸਪਾਂਸਰਸ਼ਿਪ ਮਿਲਦੀ ਆ ਤਾਂ ਤੁਸੀਂ ਫਿਰ ਸਵਿਚ ਕਰ ਸਕਦੇ ਆ ਫਰਮ ਟੀਅਰ 4 ਇਨਟੂ ਸਕਿਲਡ ਵਰਕਰ। ਓਕੇ, ਪਰ ਇਹ ਕੰਪਲੈਕਸ ਹੈ। ਸੋ ਇਸ ਤਰ੍ਹਾਂ ਦੀ ਨਹੀਂ ਕੋਈ ਚੀਜ਼ ਹੈਗੀ ਜਿਹੜੀ ਆਪਾਂ 2 ਮਿੰਟਾਂ ਚ ਜਿੱਦਾਂ ਤੁਹਾਨੂੰ ਫੋਨ ਤੇ ਇਸ ਤਰ੍ਹਾਂ ਸਮਝਾ ਸਕੀਏ। ਸੋ ਸਾਡਾ ਨੰਬਰ ਆ ਰਿਹਾ, ਤੁਸੀਂ ਬਾਈ ਆਲ ਮੀਨਸ ਸਾਨੂੰ ਫੋਨ ਕਰ ਲਿਓ ਐਂਡ ਆਪਾਂ ਤੁਹਾਨੂੰ ਐਕਸਪਲੇਨ ਕਰ ਸਕਦੇ। ਹਾਂਜੀ ਭੈਣ ਜੀ, ਸਾਡਾ ਨੰਬਰ ਆਇਆ ਹੋਣਾ ਸਕਰੀਨ ਦੇ ਉੱਤੇ, ਤੁਸੀਂ ਸਾਨੂੰ ਬੇਸ਼ੱਕ ਪ੍ਰੋਗਰਾਮ ਤੋਂ ਬਾਅਦ ਤੁਸੀਂ ਫੋਨ ਕਰੋ ਤੇ ਤੁਹਾਡੀ ਮਦਦ ਅਸੀਂ ਕਰ ਸਕਦੇ ਹਾਂ ਐਪਲੀਕੇਸ਼ਨ ਡਾਲਣ ਵਾਸਤੇ। ਹਾਂਜੀ ਠੀਕ ਹੈ, ਥੈਂਕ ਯੂ ਸੋ ਮਚ। ਹੋਰ ਕੁਝ ਠੀਕ ਹੈ? ਹਾਂਜੀ ਓਕੇ, ਹਾਂਜੀ। ਸੋ ਜਿਹੜੇ ਵੀ ਦੇਖ ਰਹੇ ਹੈਗੇ ਆ, ਤੁਸੀਂ ਸਾਨੂੰ ਇਸ ਵੇਲੇ ਜਿਹੜੇ ਕਾਲ ਕਰਨਾ ਉਹ ਸਿੱਖ ਚੈਨਲ ਦੀ ਜਿਹੜੀ ਲਾਈਨ ਆ ਉਹ ਤੇ 0121380151 ਤੇ ਪ੍ਰੋਗਰਾਮ ਤੋਂ ਬਾਅਦ ਤੁਸੀਂ ਇਸ ਕੰਪਨੀ ਨੂੰ ਆਪਣੇ ਗੁਰਜਿੰਦਰ ਸਿੰਘ ਹੋਰਾਂ ਨੂੰ, ਲਖਵਿੰਦਰ ਸਿੰਘ ਹੋਰਾਂ ਨੂੰ ਜਿਹੜਾ ਫੋਨ ਸਕਰੀਨ ਦੇ ਉੱਤੇ ਇਹਨਾਂ ਦਾ ਮੋਬਾਈਲ ਫੋਨ ਆ ਰਿਹਾ ਹੈਗਾ, ਤੁਸੀਂ ਉਸ ਦੇ ਉੱਤੇ ਗੱਲ ਕਰਕੇ ਅਪੁਆਇੰਟਮੈਂਟ ਬਣਾ ਕੇ ਤੇ ਉਹਦੇ ਉੱਤੇ ਇਹਨਾਂ ਦੇ ਨਾਲ ਪੂਰੀ ਤਰ੍ਹਾਂ ਗੱਲ ਕਰ ਸਕਦੇ ਹੋ। ਤੇ ਕਿਉਂਕਿ ਟੈਲੀਵਿਜ਼ਨ ਦੇ ਉੱਤੇ ਸਾਨੂੰ ਪੂਰੀ ਇਨਫੋਰਮੇਸ਼ਨ ਜਿਹੜੀ ਹੈ ਐਨ ਖੁੱਲ ਕੇ ਨਹੀਂ ਦਿੱਤੀ ਜਾ ਸਕਦੀ, ਉਸ ਕੇਸ ਦੇ ਉੱਤੇ ਦੱਸ ਸਕਦੇ ਓਵਰਵਿਊ ਜਾਂ ਥੋੜਾ ਬਹੁਤਾ ਉਹਦੇ ਤੇ ਦੱਸ ਸਕਦੇ ਹੈਗੇ। ਤੁਸੀਂ ਜਿਹੜੀ ਵੀ ਗੱਲ ਹੈਗੀ ਆ ਉਹ ਇਨ ਡੀਟੇਲ ਇਹਨਾਂ ਦੇ ਬਾਰੇ ਦਫ਼ਤਰ ਪ੍ਰੋਗਰਾਮ ਤੋਂ ਬਾਅਦ ਕਿਸੇ ਵੀ ਗੱਲ ਕਰ ਸਕਦੇ ਹੋ, ਜਿਹੜੇ ਦਫ਼ਤਰ ਦੇ ਟਾਈਮ ਉਸ ਵੇਲੇ ਗੱਲ ਕਰ ਸਕਦੇ ਹੋ। ਅਗਲਾ ਕਾਲ ਉਹ ਤੇ ਲਈਏ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਹੈਲੋ ਹਾਂਜੀ ਭੈਣ ਜੀ, ਕੀ ਪੁੱਛਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਨੂੰ ਨਾ ਮਤਲਬ ਇੱਥੇ 17 ਸਾਲ ਹੋ ਗਏ ਆ, ਕੋਈ ਹੈਗਾ ਆ ਨਵਾਂ ਕਾਨੂੰਨ ਨਿਕਲਿਆ ਜਿਹੜਾ ਵੀ ਮੈਂ ਲਾ ਸਕਦੀ ਹਾਂ ਕੇਸ? 17 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ ਤੁਹਾਨੂੰ? ਹੈਲੋ ਤੁਸੀਂ ਸੁਣ ਰਹੇ ਹੋ ਗੱਲ ਸਾਡੀ? ਹੈਲੋ ਹਾਂਜੀ ਹਾਂ, ਕਹਿ ਰਹੇ ਸੀ ਤੁਹਾਨੂੰ ਤੁਸੀਂ 17 ਸਾਲ ਤੁਹਾਨੂੰ ਇੱਥੇ ਰਹਿੰਦਿਆਂ ਨੂੰ ਹੋ ਗਏ ਆਲਰੇਡੀ? ਹਾਂਜੀ ਤੇ ਤੁਸੀਂ ਕੋਈ ਨਵਾਂ ਕਾਨੂੰਨ ਹੈਗਾ ਤਾਂ ਸਾਨੂੰ ਦੱਸਿਓ ਜ਼ਰੂਰ, ਕੇਸ ਲਾਉਣਾ ਆ। ਅੱਛਾ, ਹਾਂਜੀ ਵਿੰਦਰ ਜੀ ਪੁਆਇੰਟ ਸਮਝ ਗਏ ਹੋ? ਹਾਂਜੀ, ਪਹਿਲਾਂ ਲਾਇਆ ਸੀ ਮੈਂ 11 ਵਿੱਚ 2011 ਚ ਲਾਇਆ ਸੀ, ਉਹ ਰਿਫਿਊਜ਼ ਹੋ ਗਿਆ ਸੀਗਾ। ਹਾਂਜੀ ਠੀਕ ਹੈ ਭੈਣ ਜੀ। ਅੱਛਾ, ਇੱਥੇ ਦੀ ਸਰਕਾਰ ਨੂੰ ਪਤਾ ਹੈ ਵੀ ਇੱਥੇ ਲੋਕੀ ਜਿਹੜੇ ਆ ਉਹ ਗੈਰ ਕਾਨੂੰਨੀ ਰਹਿ ਰਹੇ ਆ, ਠੀਕ ਹੈ ਜੀ। ਤਾਂ ਉਹਨਾਂ ਵਾਸਤੇ ਵੱਖਰੇ ਰੂਟ ਬਣਾਏ ਆ ਵੀ ਜਿਹਦੇ ਸਾਧਨ ਨਾਲ ਉਹ ਇੱਥੇ ਪੱਕੇ ਹੋ ਸਕਦੇ ਜਾਂ ਸਟੇ ਲੈ ਸਕਦੇ ਆ। ਤੁਹਾਡੀ ਸਰਕਮਸਟੈਂਸਿਸ ਦੇ ਹਿਸਾਬ ਨਾਲ ਉਹ ਅਸੈਸ ਕਰਨਾ ਪੈਣਾ ਵੀ ਕੀ ਆ। ਰੈਜ਼ੀਡੈਂਸੀ ਜਿਹੜੀ ਹੁੰਦੀ ਆ ਉਹ ਹੀ ਕਾਫੀ ਹੁੰਦੀ, ਬਾਕੀ ਵੀ ਚੀਜ਼ਾਂ ਦੇਖਣੀਆਂ ਪੈਂਦੀਆਂ ਵੀ ਅੱਜ ਦੀ ਡੇਟ 'ਚ ਮੰਨ ਲਓ
ਜੇ ਕੋਈ ਤੁਹਾਨੂੰ ਸਵਾਲ ਪਾਵੇ ਵੀ ਤੁਸੀਂ ਕਿਉਂ ਇੰਡੀਆ ਨਹੀਂ ਜਾ ਸਕਦੇ, ਉੱਥੇ ਜਾ ਕੇ ਦੁਬਾਰਾ ਕਿਉਂ ਨਹੀਂ ਬਸ ਸਕਦੇ, ਹੈ ਨਾ, ਕਿਹੜੀ ਤੁਹਾਨੂੰ ਚੀਜ਼ ਹੈ ਜਿਹੜੀ ਇੱਥੇ ਇੰਗਲੈਂਡ 'ਚ ਹੀ ਖਿੱਚ ਪਾ ਰਹੀ ਆ। ਸੋ ਜਿਹੜਾ ਵੀ ਕੋਈ ਕੇਸ ਲਾਈਦਾ, ਆਪਾਂ ਇਹ ਸਾਰੇ ਸਵਾਲਾਂ ਦਾ ਜਿਹੜਾ ਹੈਗਾ ਉਹ ਜਵਾਬ ਦੇਣਾ ਪੈਂਦਾ। 17 ਸਾਲ ਦੀ ਰੈਜ਼ੀਡੈਂਸ ਜਿਹੜੀ ਤੁਹਾਡੀ ਹੋ ਗਈ ਆ, ਬਹੁਤ ਵਧੀਆ ਗੱਲ ਹੈ, ਠੀਕ ਹੈ। ਵੈਸੇ ਇੱਥੇ 20 ਸਾਲ ਦੀ ਜੇ ਆਪਾਂ ਇਕੱਲੇ ਰੈਜ਼ੀਡੈਂਸ ਦੇ ਬੇਸ ਤੇ ਜਾਈਏ ਤਾਂ ਉਹ 20 ਸਾਲ ਦੀ ਰਿਕੁਆਇਰਮੈਂਟ ਹੁੰਦੀ ਹੈ। ਪਰ ਸਾਡਾ ਆਰਗੂਮੈਂਟ ਇਹ ਹੁੰਦਾ ਆ ਸਰਕਾਰ ਦੇ ਨਾਲ ਵੀ ਦੇਖੋ ਜੀ, ਇਹਨਾਂ ਦੇ ਕੇਸ ਦੇ ਵਿੱਚ 17 ਸਾਲ ਹੋ ਗਏ ਇਹਨਾਂ ਨੂੰ ਰਹਿੰਦੇ ਨੂੰ, ਇਹਨਾਂ ਵਿਚਾਰਿਆਂ ਨੂੰ ਕਿਉਂ ਆਪਾਂ ਤੜਫਾਉਣਾ ਹੋਰ 3 ਸਾਲ। ਵੀ ਰੈਜ਼ੀਡੈਂਸ ਤੋਂ ਇਲਾਵਾ ਤੁਸੀਂ ਇਹਨਾਂ ਚੀਜ਼ਾਂ ਤੇ ਵੀ ਗੌਰ ਫਰਮਾਓ ਵੀ ਅੱਜ ਦੀ ਡੇਟ 'ਚ ਵੀ ਜੇ ਉਹ ਇੰਡੀਆ ਜਾਣਗੇ ਕਿਸ ਹਾਲਾਤਾਂ 'ਚ ਉਹ ਰਹਿਣਗੇ, ਕਿਹੜੀ ਚੀਜ਼ ਹੈਗੀ ਹੈ ਵੀ ਜਿਹੜੀ ਉਹਨਾਂ ਨੂੰ ਇੱਥੇ ਹੀ ਰੱਖ ਰਹੀ ਹੈ, ਅੱਜ ਦੀ ਡੇਟ 'ਚ ਇੱਥੇ ਇੰਗਲੈਂਡ 'ਚ ਉਹਨਾਂ ਦੀ ਫੈਮਿਲੀ ਪ੍ਰਾਈਵੇਟ ਲਾਈਫ ਸਰਕਮਸਟੈਂਸਿਸ ਕੀ ਹੈ, ਜੇ ਆਪਾਂ ਉਹ ਕੰਪੇਅਰ ਕਰੀਏ ਇੰਡੀਆ ਦੇ ਨਾਲ ਵੀ ਉੱਥੇ ਉਹਨਾਂ ਦਾ ਕੀ ਹੋਊਗਾ, ਕੀ ਉਹਨਾਂ ਕੋਲ ਆਪਣੀ ਇਨਕਮ ਦਾ ਜਾਂ ਕੋਈ ਹੋਰ ਕਿਸੇ ਚੀਜ਼ ਦਾ ਰਹਿਣ ਦਾ ਕੋਈ ਬੰਦੋਬਸਤ ਹੈਗਾ ਇੰਡੀਆ 'ਚ ਜਾਂ ਨਹੀਂ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਜਦੋਂ ਆਪਾਂ ਇਨ ਦ ਰਾਊਂਡ ਜਦੋਂ ਪ੍ਰੈਜ਼ੈਂਟ ਕਰਦੇ ਆ ਹੋਮ ਆਫਿਸ ਨੂੰ, ਤਾਂ ਫਿਰ ਉਹਨਾਂ ਕੋਲ ਕਾਫੀ ਵਾਈਡ ਡਿਸਕ੍ਰੈਸ਼ਨ ਹੁੰਦੀ ਹੈ ਵੀ ਤੁਹਾਨੂੰ ਸਟੇ ਦੇ ਵੀ ਸਕਦੇ ਆ, ਹੈ ਨਾ। ਹਾਂਜੀ, ਸੋ ਮੇਰੇ ਖਿਆਲ ਵੀ ਜਿਹੜਾ ਮੋਬਾਈਲ ਨੰਬਰ ਹੈਗਾ, ਤੁਸੀਂ ਇਹਨਾਂ ਦੇ ਨਾਲ ਬਾਅਦ ਵਿੱਚ ਪ੍ਰੋਗਰਾਮ ਤੇ ਗੱਲ ਕਰ ਲਿਓ, ਸਾਰੀ ਗੱਲ ਜਿਹੜੀ ਹੈ ਉਹਨੂੰ ਡਿਟੇਲ ਦੇ ਵਿੱਚ ਡਿਸਕਸ ਕਰਕੇ ਤੁਹਾਨੂੰ ਦੱਸ ਸਕਣਗੇ। ਬਹੁਤ ਬਹੁਤ ਧੰਨਵਾਦ ਤੁਹਾਡੇ ਕਾਲ ਕਰਨ ਦਾ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਅਗਲਾ ਕਾਲ ਲਈਏ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। हेलो, वाहिगुरू खालसा वाहिगुरू फतेह डॉक्टर साहब। हाँ जी, आप जी और की पूछना ठीक चाह रहे ठाक? ठीक जी ठीक। हाँ जी जी मैं हेलो। हाँ जी हाँ जी, हाँ डॉक्टर साहब सुन रहे? सुन रहे जी, सुन रहे हैं। हाँ जी ओके। मैं एक अफगानी है। हाँ जी। ते जी। मैं घर च कल्ला रह रहा। मेरी वाइफ डेथ हो गई सी, 2 साल हो गए। हाँ जी। ते 2 साल हो डेथ हुई उन्हों दी। ते मैं इस टाइम कल्ला, मेरी विज हैगी 74 73 है। ते मेरा एक पोतरा हैगा, वो इंडिया रहिंदा है। इंडिया वो वैसे बचपन च अपने नानके घर आया सी, वो उत्थे पढ़ रहा सी, उसे पढ़ाई करके उस टाइम 18 साल 19 साल हो गया। ते मैं उन्हें बुला अपने कोल रख सकना उन्हें? हाँ जी हाँ जी हाँ जी। ਰਖਵਿੰਦਰ ਜੀ ਦੱਸੋ। ਹਾਂਜੀ, ਤੁਸੀਂ ਗੱਲ ਮੈਂ ਪੂਰੀ ਤਰ੍ਹਾਂ ਸਮਝੀ ਨਹੀਂ ਹੈਗੀ। ਤੁਸੀਂ ਕਹਿੰਦੇ ਕਿ ਤੁਹਾਡੀ ਵਾਈਫ ਦੀ ਡੈਥ ਹੋ ਗਈ ਸੀ 2 ਸਾਲ ਪਹਿਲਾਂ, ਤੁਸੀਂ ਇੱਥੇ ਰਹਿੰਦੇ ਹੋ ਤੇ ਜੀ। ਤੁਹਾਡਾ ਕੀ ਗ੍ਰੈਂਡਸਨ ਤੁਹਾਡੇ ਨਾਲ ਪੋਤਾ? नहीं, मेरा पोता इंडिया रहिंदा जी। ਇੰਡੀਆ ਤੁਸੀਂ ਹਾਂਜੀ। ਬੁਲਾਉਣਾ ਚਾਹੁੰਦੇ ਹੋ ਉਹਨਾਂ ਨੂੰ? ਉਹਨੂੰ ਮੈਂ ਬੁਲਾਉਣਾ ਚਾਹੁੰਦਾ, ਕਿਸ ਤਰੀਕੇ ਬੁਲਾ ਸਕਦਾ? ਹਾਂਜੀ, ਤੇ ਤੁਹਾਡੀ ਆਪਣੀ ਸਟੇਟਸ ਹੈਗੀ ਯੂਕੇ ਦੇ ਵਿੱਚ? ਤੁਸੀਂ ਆਪ ਪੱਕੇ ਹੈ ਨਾ? मैं आम पक्का मैं पेंशन ले रहा हूँ जी। ਨਹੀਂ ਸਟੇਟਸ ਦੀ ਗੱਲ, अगले सालों में सिटीजनशिप मिल जानी मैनू। ਜਦੋਂ ਤੁਹਾਨੂੰ ਇੰਡੈਫੀਨਿਟ ਮਿਲੀ ਹੈ, ਬਿਕਾਜ਼ ਜਿਹੜੇ ਕੋਈ ਸਪਾਂਸਰ ਕਰਦਾ ਹਾਂ। ਯੂਕੇ ਤੋਂ ਅਬਰੋਡ ਨੂੰ, ਪਹਿਲਾਂ ਹੋਮ ਆਫਿਸ ਜਿਹੜੀ ਹੈ ਬ੍ਰਿਟਿਸ਼ ਹਾਈ ਕਮਿਸ਼ਨ ਦੇਖਦੀ ਕਿ ਤੁਹਾਡਾ ਆਪਣਾ ਪੈਰ ਪੱਕਾ ਹੈਗਾ ਯੂਕੇ ਦੇ ਵਿੱਚ ਕਿ ਨਹੀਂ। ਇਫ ਤੁਹਾਡੇ ਕੋਲ ਹੈਗੀ ਹਾਂਜੀ, ਹੈ ਮੈਂ ਆਪਣੀ ਸਟੇਟਸ ਇੰਡੈਫੀਨਿਟ, मैं पेंशन ते जी, मैं पेंशन ते। ਹਾਂਜੀ, ਮੈਂ ਪੈਨਸ਼ਨ ਐਂਟਾਈਟਲਮੈਂਟ ਦੀ ਗੱਲ ਨਹੀਂ ਕੀਤੀ, ਮੈਂ ਕੀਤੀ ਸਟੇਟਸ ਦੀ ਗੱਲ ਕੀਤੀ। ਉਹ ਅਲੱਗ ਹੁੰਦੀ ਹੈ। ਸਟੇਟਸ ਦਾ ਮਤਲਬ ਹੁੰਦਾ ਕਿ ਹਾਂਜੀ। ਤੁਹਾਡਾ ਹੱਕ ਹੈਗਾ, ਤੁਸੀਂ ਇੰਡੈਫੀਨਿਟ, ਤੁਹਾਨੂੰ ਹਾਂ। ਸਟੈਂਪ ਲੱਗੀ ਹੈ, ਪਰਮਨੈਂਟ ਰੈਜ਼ੀਡੈਂਸੀ ਲੱਗੀ ਹੈ ਹਾਂਜੀ। ਤੁਹਾਨੂੰ। ਹਾਂਜੀ। ਇਫ ਤੁਹਾਨੂੰ ਇਹ ਹੈਗਾ ਕਿ ਤੁਸੀਂ ਐਪਲੀਕੇਸ਼ਨ ਤੁਸੀਂ ਪਾ ਸਕਦੇ ਇਫ ਯੂ ਵਾਂਟ ਫॉर ਡਿਪੈਂਡੈਂਟ ਚਾਈਲਡ, ਤਾਂ ਕਾਫੀ ਮੁਸ਼ਕਿਲ ਹੁੰਦਾ। ਅੱਛਾ। ਪਹਿਲੀ ਗੱਲ ਹੁੰਦੀ ਦੇਖਦੇ ਕਿ ਉਹਨਾਂ ਦੇ ਹਾਲਾਤ ਕੀ ਹੈਗੇ ਇੰਡੀਆ ਦੇ ਵਿੱਚ ਜਾਂ ਅਬਰੋਡ ਹਾਲਾਤ ਕੀ ਹੈਗੇ ਆ, ਬੱਚੇ ਦੇ ਕਿਹਦੇ ਨਾਲ ਰਹਿ ਰਹੇ ਆ, ਤੇ ਕਿਉਂ ਉਹਦੀ ਓਪਰਚੁਨਿਟੀ ਹੈਗੀ ਯੂਕੇ ਆਉਣ ਵਾਸਤੇ, ਕਿਹੜੀ ਗੱਲੋਂ ਉਹ ਰਹਿ ਨਹੀਂ ਸਕਦੇ ਉੱਥੇ ਜਿੱਥੇ ਰਹਿ ਰਹੇ ਹੈਗੇ ਅਬਰੋਡ। ਕਾਫੀ ਹਾਈ ਥ੍ਰੈਸ਼ਹੋਲਡ ਹੁੰਦਾ ਟੈਸਟ ਵਾਸਤੇ। नहीं तो जो स्टडी वास्ते मैं बुला रहा हूँ अपने को अपने घर नाल रस्ते ना नहीं रख सकता जी। ਹਾਂਜੀ, ਵੈਸੇ ਜੇ ਉਹ ਆਉਣਾ ਚਾਹੁੰਦਾ ਸਟੱਡੀ ਬੇਸ ਆ ਸਕਦਾ, ਘੁੰਮਣ ਫਿਰਨ ਦੇ ਬੇਸਿਸ ਤੇ ਆ ਸਕਦਾ। ਹਾਂਜੀ, ਘੁੰਮਣ ਫਿਰਨ ਦੇ ਬੇਸ ਤੇ ਵੀ ਹੁਣ ਪੜ੍ਹਾਈ ਦਾ ਹੈਗੀ ਸਹੂਲਤ। ਹਾਂਜੀ, ਜਾਂ ਉਹਨੂੰ ਜੇ ਉਹਦਾ ਕੋਈ ਸਕਿੱਲ ਹੈਗਾ ਕੰਮ ਦੇ ਬੇਸ ਤੇ ਵੀ ਉਹ ਆ ਸਕਦਾ। मैं अपने नाल फिर रख सकता अपने फ्लैट च घर? ਹਾਂਜੀ, ਜਾਂ ਜੇ ਕੋਈ ਕੁੜੀ ਮੰਨਦੀ ਹੈ ਤਾਂ ਉਹਨਾਂ ਵਿਆਹ ਕਰਾ ਕੇ ਵੀ ਉਹ ਉਸ ਬੇਸਿਸ ਤੇ ਵੀ ਆ ਸਕਦਾ। नहीं वैसे मैं जिस तरह मैंने बंदा चाहिए, मैं अकेला बिल्कुल, मैंने राती प्रॉब्लम होती, कई बार प्रॉब्लम होती है, तो मैं अकेला, मेरा कोई भी इतने नहीं है, तो मैं उस अपने नाल रख सकता कम कारज करनी। ਹਾਂਜੀ,
ਕੇਅਰ ਦੇ ਬੇਸ ਤੇ ਨਹੀਂ ਆਪਾਂ ਮੰਗਾ ਸਕਦੇ ਵੀ ਜੀ ਇਸ ਤਰ੍ਹਾਂ ਦਾ ਕੋਈ ਰੂਟ ਨਹੀਂ ਬਣਿਆ ਹੈ ਵੀ ਜਿਹੜਾ ਬਾਹਰੋਂ ਆਪਾਂ ਕੋਈ ਕਿਸੇ ਨੂੰ ਆਪਾਂ ਸੱਦ ਸਕੀਏ ਸਾਡੀ ਕੇਅਰ ਵਾਸਤੇ। ਹਾਂ ਪਰ ਮੇਰਾ ਕਹਿਣ ਦਾ ਭਾਵ ਹੈ ਵੀ ਜੇ ਉਹ ਕਿਸੇ ਤਰ੍ਹਾਂ ਆ ਜਾਵੇ ਤਾਂ ਜੇ ਕੋਈ ਸਰਕਮਸਟੈਂਸਿਸ ਵਿੱਚ ਕੋਈ ਤਬਦੀਲੀ ਆਉਂਦੀ ਆ ਵੀ ਜਿਹਦੇ ਵਿੱਚ ਆਪਾਂ ਆਰਗੂ ਕਰ ਸਕਦੇ ਵੀ ਉਹ ਤੁਹਾਡੀ ਕੇਅਰ ਕਰਦੇ ਆ ਤੇ ਤੁਸੀਂ ਡਿਪੈਂਡੈਂਟ ਉਹਨਾਂ ਤੇ, ਤਾਂ ਉਹ ਫਿਰ ਆਪਾਂ ਉਸ ਬੇਸਿਸ ਤੇ ਦੇਖ ਸਕਦੇ ਹਾਂ। ਹਾਂਜੀ, ਹੋਮ ਆਫਿਸ ਨੂੰ ਕੋਈ ਕੇਸ ਪਾ ਕੇ ਤੁਸੀਂ ਇਸ ਤਰ੍ਹਾਂ ਕਰਿਓ, ਤੁਸੀਂ ਇਹਨਾਂ ਦੇ ਨਾਲ ਮਗਰੋਂ ਹੋਣੀ ਨਾ ਆਪਣੇ ਸ਼ੋਅ ਤੋਂ ਬਾਅਦ ਤੁਸੀਂ ਇਹਨਾਂ ਦਾ ਜਿਹੜਾ ਟੈਲੀਫੋਨ ਨੰਬਰ ਹੈਗਾ ਉਹਦੇ ਤੇ ਇਹਨਾਂ ਨਾਲ ਗੱਲ ਕਰ ਲਿਓ। ਸਾਰੀ ਜਿਹੜੀ ਹੈਗੀ ਡਿਟੇਲ ਤੁਸੀਂ ਜੋ ਹੈਗਾ ਉਹ ਸਮਝਾ ਸਕਦੇ ਆ, ਤੇ ਕਿਉਂਕਿ ਟੈਲੀਫੋਨ ਦੇ ਉੱਤੇ ਕਈ ਵਾਰੀ ਲਾਈਨ ਦੇ ਵਿੱਚ ਵੀ ਦਿੱਕਤ ਆ ਜਾਂਦੀ ਹੈ, ਗੱਲ ਨਹੀਂ ਸਮਝ ਆਉਂਦੀ, ਤੁਸੀਂ ਕੋਲ ਇਹਨਾਂ ਦੇ ਜਾ ਕੇ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ। ਬਹੁਤ ਬਹੁਤ ਧੰਨਵਾਦ ਤੁਹਾਡਾ ਕਾਲ ਕਰਨ ਦਾ। ਅਗਲਾ ਕਾਲ ਲਈਏ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪ ਜੀ ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ, ਮੈਨੂੰ UK ਰਹਿੰਦੇ ਹੋਏ 20 years ਹੋ ਗਏ ਨੇ ਜੀ। ਜੀ। ਤੇ ਮੇਰਾ ਪਰਮਾਨੈਂਟ ਸਟੇਟਸ ਹੈਗਾ, ਮੇਰਾ ਆਪਣਾ ਬਿਜ਼ਨਸ ਹੈ, ਪ੍ਰੋਪਰਟੀਜ਼ ਹੈਗੀਆਂ। ਮੇਰੇ ਬ੍ਰਦਰ ਹੈਗੇ ਨੇ ਇੰਡੀਆ ਵਿੱਚ, ਹੀ 65+, ਤੇ ਉਹਨਾਂ ਨੂੰ ਮੈਂ ਫਾਈਨੈਂਸ਼ੀਅਲੀ ਸਪੋਰਟ ਕਰ ਰਿਹਾ ਫॉर द पास्ट 10-15 years. So I've got all the documentation and everything to prove that I support him. But ਉਹਨਾਂ ਨੂੰ ਮੈਂ ਇੱਥੇ permanently ਜਾਣਾ ਚਾਹੁੰਦਾ ਹੈਗਾ। He came here about 10 years ago just for on a temp for 6 months. Visitor. ਉਹਨਾਂ ਨੂੰ ਮੈਂ permanently ਲਿਆਉਣ ਦਾ ਕੁਛ ਹੈਗਾ? Is there any criteria for me to bring him here permanently? ਹਾਂਜੀ ਸਰ, ਐਡਲਟ ਡਿਪੈਂਡੈਂਟ ਰਿਲੇਟਿਵ ਜਿਹੜਾ ਹੈਗਾ ਰੂਟ ਹੈ ਇਮੀਗ੍ਰੇਸ਼ਨ ਰੂਲਸ ਦੇ ਵਿੱਚ। ਸੋ ਜੇ ਉਹਨਾਂ ਨੂੰ ਲੌਂਗ ਟਰਮ ਪਰਸਨਲ ਕੇਅਰ ਦੀ ਲੋੜ ਹੈ ਤਾਂ ਉਹ ਜਿਹੜੀ ਕੇਅਰ ਆ ਉੱਥੇ ਜਿਸ ਮੁਲਕ 'ਚ ਰਹਿ ਰਹੇ ਆ ਉਹ ਅਨਅਵੇਲੇਬਲ ਆ ਜਾਂ ਅਨਅਫੋਰਡੇਬਲ ਆ। ਸੋ ਉਸ ਬੇਸਿਸ ਤੇ ਤੁਸੀਂ ਐਂਟਰੀ ਕਲੀਅਰੈਂਸ ਲਈ ਅਪਲਾਈ ਕਰ ਸਕਦੇ ਆ। ਹਾਂਜੀ ਹਾਂਜੀ, ਸੌਰੀ ਇਫ ਯੂ ਡੋਂਟ ਮਾਈਂਡ ਤੁਸੀਂ ਰਿਪੀਟ ਕਰੋਗੇ ਮੈਨੂੰ? ਦ ਲਾਈਨ ਵਾਜ਼ਨਟ ਵੈਰੀ ਕਲੀਅਰ। Okay, you can apply for an adult dependent relative application. Can you hear me? Yes, I can hear you now. Thank you. Yeah, so adult dependent relative route. Okay. And in there you have to show long-term personal care. So he needs long-term personal care, and the care that he needs is either unavailable or unaffordable. Okay. I think you need to set out what the circumstances are in India as well, and then by that way you can then deal with the issues. Your matter is quite complex in order to make it dependent. It's all about evidential documents and requirements. If you don't mind, give us a call after the show. More than happy to sit with you and speak to you and give you the relevant advice and the necessary information needed to prepare a successful application. Okay ji, thank you for your call. ਵਾਹਿਗੁਰੂ ਖਾਲਸਾ ਵਾਹਿਗੁਰੂ। Thank you. ਵਾਹਿਗੁਰੂ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹੈਲੋ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਯੂ ਆਰ ਔਨ 에ਅਰ। ਹਾਂਜੀ ਦੱਸੋ, ਤੁਸੀਂ ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ, ਅਸੀਂ ਪੁੱਛਣਾ ਚਾਹੁੰਦੇ ਸੀ ਕਿ ਜਿੱਦਾਂ ਪਾਸਪੋਰਟ ਜਿਹੜਾ ਆ ਪਹਿਲਾਂ ਤੋਂ UK ਆ। ਫਿਰ ਦੁਬਾਰਾ ਰਿਪੀਟ ਕਰੋ, ਤੁਹਾਡੀ ਲਾਈਨ ਕਲੀਅਰ ਨਹੀਂ ਹੈਗੀ। ਹਾਂਜੀ, ਮੇਰਾ ਕੁਐਸਚਨ ਇਹ ਸੀਗਾ ਕਿ ਜਦੋਂ ਤੁਹਾਡਾ ਸਟਾਰਟ ਹੁੰਦਾ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰ ਸਕਦੇ ਆ? ਨਹੀਂ, ਮੈਂ ਸੁਣੀ ਲੱਗਾ ਕੁਝ ਪਤਾ ਵੀ ਨਹੀਂ। ਇੱਕ ਵਾਰੀ ਫੇਰ ਕਹੋ ਤੁਹਾਡੀ ਲਾਈਨ। ਹਾਂਜੀ, ਇੱਕ ਵਾਰੀ ਫੇਰ ਜਦੋਂ ਤੁਹਾਡਾ ਪਾਸਪੋਰਟ ਤੁਸੀਂ ਨਵਾਂ ਪਾਸਪੋਰਟ ਅਪਲਾਈ ਕਰ ਸਕਦੇ? ਪਾਸਪੋਰਟ ਇਹ ਤੁਹਾਡਾ ਪਾਸਪੋਰਟ ਜਿਹੜਾ ਐਕਸਪਾਇਰ ਹੋ ਗਿਆ ਨਵਾਂ ਅਪਲਾਈ ਕਰਨਾ? ਨਹੀਂ ਤੁਹਾਡੀ ਲਾਈਨ ਬਿਲਕੁਲ ਨਹੀਂ ਹੈਗੀ, ਤੇ ਤੁਸੀਂ ਮੇਰੇ ਖਿਆਲ ਦੁਬਾਰਾ ਕਾਲ ਕਰੋ, ਫਿਰ ਗੱਲ ਸੁਣ ਪਤਾ ਲੱਗੂ। ਅਗਲਾ ਕਾਲ ਲਈਏ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੀ ਪੁੱਛਣਾ ਚਾਹੁੰਦੇ ਹੋ ਜੀ? ਔਨ 에ਅਰ। ਭਾਜੀ, ਮੈਂ EU ਸੈਟਲਮੈਂਟ ਸਕੀਮ ਬਾਰੇ ਪਤਾ ਕਰਨਾ ਚਾਹੁੰਦੀ ਹਾਂ। ਹਾਂਜੀ, ਪੁੱਛੋ ਭੈਣ ਜੀ। ਹਾਂਜੀ, ਅਸੀਂ ਪਹਿਲਾਂ ਅਪਲਾਈ ਤਾਂ ਕੀਤਾ ਹੋਇਆ ਵਾ, ਬਾਇਓਮੈਟ੍ਰਿਕ ਮੇਰੇ ਫਿੰਗਰਪ੍ਰਿੰਟ ਹੋ ਗਏ ਆ,
ਪਰ ਮੈਂ ਪਾਸਪੋਰਟ ਨਹੀਂ ਸੈਂਡ ਕੀਤਾ, ਇੰਡੀਅਨ ਪਾਸਪੋਰਟ ਹੈ ਮੇਰੇ ਕੋਲ। ਹਾਂਜੀ, ਤੁਹਾਡਾ ਸਵਾਲ ਕੀ ਹੈ ਭੈਣ ਜੀ? ਹਾਂਜੀ, ਜਿੱਦਾਂ ਆਪਾਂ ਸਾਰੇ ਫਾਰਮ ਫਿਲ ਕਰਕੇ ਸਾਰਾ ਬਾਇਓਮੈਟ੍ਰਿਕ ਫਿੰਗਰਪ੍ਰਿੰਟ ਸਾਰਾ ਕੁਝ ਕਰਵਾ ਲਿਆ ਸੀ। ਹਾਂਜੀ, ਤੇ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਆਪਾਂ ਨੂੰ ਪਾਸਪੋਰਟ ਭੇਜਣਾ ਚਾਹੀਦਾ ਤੇ ਨਹੀਂ। ਤੁਸੀਂ ਭੈਣ ਜੀ ਅਪਲੋਡ ਕੀਤਾ, ਸਕੈਨ ਕਰਕੇ ਅਪਲੋਡ ਕੀਤਾ ਸੀ ਆਪਣਾ ਪਾਸਪੋਰਟ ਹਾਂਜੀ ਡਿਟੇਲਸ? ਹਾਂਜੀ ਅਪਲੋਡ ਕੀਤਾ ਹੈਗਾ ਤੇ ਸਕੈਨ ਕੀਤਾ ਤੇ ਫਿਰ ਸਬਮਿਸ਼ਨ ਹੋ ਜਾਂਦੀ ਉਹਦੇ ਨਾਲ। ਅੱਛਾ ਜੀ, ਫਿਰ ਆਪਾਂ ਨੂੰ ਸੈਂਡ ਨਹੀਂ ਕਰਨਾ ਪੈਣਾ? No, you don't need to send it. ਤੁਹਾਡੀ ਭੇਜਣ ਦੀ ਲੋੜ ਨਹੀਂ ਹੈਗੀ। ਤਾਂ ਇਹਦੇ ਉਹਨਾਂ ਨੇ ਆਨਲਾਈਨ ਸਿਸਟਮ ਇੰਟਰੋਡਿਊਸ ਕੀਤਾ ਸੀ ਗਵਰਨਮੈਂਟ ਨੇ। ਇੱਕ ਤਾਂ ਹੁੰਦਾ ਸੀ ਜਿਹੜੀ ਪੇਪਰ ਟ੍ਰੇਲ ਹੈਗੀ ਹੈ, ਪੇਪਰ ਘਟਾਉਣ ਵਾਸਤੇ, ਟੂ ਹੈਵ ਅ ਫਾਸਟ ਸਿਸਟਮ। ਤੁਸੀਂ ਸਕੈਨ ਕੀਤਾ ਹੈਗਾ, ਅਪਲੋਡ ਕੀਤਾ ਆਪਣੀ ਫਾਈਲ ਨਾਲ, ਸਬਮਿਟ ਕੀਤਾ ਉਸ ਦੇ ਨਾਲ, ਤੇ ਤੁਹਾਨੂੰ ਐਕਨੋਲੇਜਮੈਂਟ ਮਿਲੀ ਕੇਸ ਨੰਬਰ ਰਾਈ, ਉੱਥੇ ਤੁਹਾਡੇ ਡੀਟੇਲ ਪੇ ਹੋਣੇ ਆ ਔਨ ਦੀ ਆਨਲਾਈਨ ਐਪਲੀਕੇਸ਼ਨ। ਸੋ ਯੂ ਡੋਨਟ ਹੈਵ ਟੂ ਸੈਂਡ ਇਟ, ਤੁਹਾਨੂੰ ਭੇਜਣ ਦੀ ਲੋੜ ਨਹੀਂ ਸੀ। ਕਿੰਨਾ ਟਾਈਮ ਲੱਗਦਾ ਭਾਜੀ? ਕਿਉਂਕਿ ਮੇਰੇ ਬੱਚਿਆਂ ਤੋਂ ਤਾਂ ਜਰਮਨੀ ਪਾਸਪੋਰਟ ਆ ਤੇ ਉਹਨਾਂ ਦਾ ਵੀ ਹਲੇ ਕੋਈ ਡਿਸੀਜਨ ਨਹੀਂ, ਪਤਾ ਨਹੀਂ ਲੱਗਾ। ਭੈਣ ਜੀ ਔਖਾ ਹੈ ਕਹਿਣਾ। ਮੈਂ ਕੋਈ 3 ਤੋਂ 6 ਮਹੀਨੇ ਕਹੂੰਗਾ, ਤੁਸੀਂ ਲੈ ਕੇ ਰੱਖੋ। ਥੈਂਕ ਯੂ ਭਾਜੀ। ਓਕੇ ਕਾਲ। ਹਾਂਜੀ, ਅਗਲਾ ਕਾਲ ਲਈਏ। ਵਾਜੀ ਖਾਲਸਾ, ਵਾਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਭਾਜੀ। ਹਾਂਜੀ, ਤੁਸੀਂ ਕੀ ਪੁੱਛਣਾ ਚਾਹੁੰਦੇ ਹੋ ਭਾਜੀ? ਜੀ? ਕੁਐਸਚਨ ਪੁੱਛਣਾ ਸੀ ਮੈਂ ਭਾਜੀ ਨੂੰ ਹਾਂਜੀ, ਕਿ ਅਸੀਂ ਆਪਣੇ ਪਾਸਪੋਰਟ ਲਈ ਇੰਡੀਅਨ ਪਾਸਪੋਰਟ ਬਣਾ ਲਈ ਅਪਲਾਈ ਕੀਤਾ ਸੀ, ਤੇ ਉਹ 12 ਤਰੀਕ ਦੀ ਅਪਾਇੰਟਮੈਂਟ ਮਿਲੀ ਸੀ ਮੈਨੂੰ, 12 ਜਨਵਰੀ ਦੀ। ਪਰ ਲੋਕਡਾਊਨ ਹੋਣ ਦੇ ਕਰਕੇ ਹੁਣ ਪਤਾ ਨਹੀਂ ਡਿਲੇ ਹੋ ਗਿਆ ਜਾਂ ਕਹਿੰਦੇ ਐਮਬੈਸੀ ਬੰਦ ਹੈ, ਤੇ ਕੀ ਕੀਤਾ ਜਾਏ ਹੁਣ? ਸਰ, ਤੁਸੀਂ ਇੰਡੀਅਨ ਐਮਬੈਸੀ ਨੂੰ ਤੁਸੀਂ ਈਮੇਲ ਕਰ ਸਕਦੇ ਆ। ਸੋ ਜਿੱਦਾਂ ਹੀ ਉਹਨਾਂ ਦੀ ਅਪਾਇੰਟਮੈਂਟ ਜਿਹੜੀ ਹੈਗੀ ਦੁਬਾਰਾ ਐਲੋਕੇਟ ਹੋਣਗੀਆਂ, ਆਮ ਸ਼ੋਰ ਇੰਡੀਅਨ ਐਮਬੈਸੀ ਨੂੰ ਵੀ ਇਸ ਚੀਜ਼ ਦਾ ਪਤਾ ਹੈ, ਤਾਂ ਉਹ ਕੋਈ ਨਾ ਕੋਈ ਜਿਹੜਾ ਹੈਗਾ ਕੋਈ ਪਾਲਿਸੀ ਇੰਪਲੀਮੈਂਟ ਕਰਨਗੇ। ਸੋ ਤੁਸੀਂ ਉਹਨਾਂ ਨੂੰ ਕੰਟੈਕਟ ਕਰੋ, ਉਹਨਾਂ ਦੀ ਵੈਬਸਾਈਟ ਤੇ ਜਾ ਕੇ ਉਹਨਾਂ ਦੇ ਕੰਟੈਕਟ ਡਿਟੇਲਸ, ਈਮੇਲ ਐਡਰੈਸ ਵਗੈਰਾ ਸਾਰਾ ਕੁਝ ਹੈਗਾ। ਸੋ ਯੂ نو ਯਾ ਠੀਕ ਆ। ਹੁਣ ਸਾਨੂੰ ਜਾਣੀ ਕਿ ਦੁਬਾਰਾ ਬਣਾਉਣੀ ਪੈਣੀ ਕਿ ਕੁਛ ਉਹੀ ਨਿਊ ਕਰਾਂਗੇ ਅੱਗੇ? ਤੁਹਾਡੀ 12 ਤਰੀਕ ਨੂੰ ਤੁਸੀਂ ਕਹਿੰਦੇ? ਹਾਂਜੀ, 12 ਜਨਵਰੀ ਨੂੰ ਸੀ ਕਹਿੰਦੇ ਸੀ। ਕੈਂਸਲ ਹੋ ਗਈ ਆ? ਪਤਾ ਨਹੀਂ ਜੀ ਮੈਨੂੰ ਕੈਂਸਲ ਹੋਈ ਕਿ ਨਹੀਂ, ਕਹਿੰਦੇ ਨੇ ਐਮਬੈਸੀਆਂ ਬੰਦ ਨੇ, ਹੁਣ ਕੁਛ ਨਹੀਂ ਪਤਾ। ਜੇ ਬੰਦ ਹੈ ਭਾਜੀ ਫਿਰ ਕੈਂਸਲ ਹੋ ਗਈ ਹੈ, ਸੋ ਦੁਬਾਰਾ ਕਰਨੀ ਪਏਗੀ। ਹਾਂਜੀ, ਠੀਕ ਹੈ ਭਾਜੀ। ਹਾਂਜੀ, ਜੇ ਉਹਨਾਂ ਨੇ ਈਮੇਲ ਐਡਰੈਸ ਦਿੱਤੀ ਹੈਗੀ, ਤੁਸੀਂ ਈਮੇਲ ਕਰ ਸਕਦੇ ਹੋ। ਹਾਂਜੀ, ਆਪਣੇ ਵੱਲੋਂ ਤੁਸੀਂ ਇਨਕੁਆਇਰੀ ਕਰੋ। ਮੈਂ ਸਿਰਫ ਕਹਿਣਾ ਕਿ ਭਾਜੀ ਦੇ ਕੁਐਸਚਨ ਜਿਹੜਾ ਹੈਗਾ ਸੀ, ਆਪਣੇ ਵੱਲੋਂ ਤੁਸੀਂ ਇਨਕੁਆਇਰੀ ਕਰੋ, ਈਮੇਲ ਕਰੋ, ਉੱਥੇ ਅਵੇਲੇਬਲ ਹੈਗਾ, ਉੱਥੇ ਫਿਰ ਤੁਹਾਨੂੰ ਜਵਾਬ ਮਿਲੇਗਾ, ਜਾਂ ਤੁਹਾਨੂੰ ਰੀਡਾਇਰੈਕਟ ਕਰਨਗੇ ਕਿ ਸਾਡੀ ਅਸੀਂ ਬੰਦ ਹੈਗੀ ਆ ਤੇ ਇਸ ਸਮੇਂ ਫਿਰ ਖੋਲਣਾ ਹੈਗਾ। ਕੋਈ ਨਾ ਕੋਈ ਇਨਫੋਰਮੇਸ਼ਨ ਦਿੰਦੀ ਹੈਗੀ ਐਮਬੈਸੀ। ਠੀਕ ਆ ਭਾਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ। ਓਕੇ ਭਾਜੀ, ਸਤਿ ਸ਼੍ਰੀ ਅਕਾਲ ਜੀ। ਓਕੇ, ਥੈਂਕ ਯੂ ਜੀ ਬਹੁਤ ਤੁਹਾਡਾ ਕਾਲ ਕਰਨ ਦਾ। ਮੈਂ ਸਾਰੇ ਦਰਸ਼ਕਾਂ ਨੂੰ ਇਹ ਦੱਸ ਦੇਵਾਂ ਕਿ ਸਾਡੇ ਇਸ ਕਵਾਲੀਅਨ ਕੰਪਨੀ ਜਿਹੜੀ ਹੈਗੀ ਹੈ, ਸਲਿਸਟਰ ਜਿਹੜੇ ਹੈਗੇ, ਇਹਨਾਂ ਦਾ ਜਿਹੜਾ ਟੈਲੀਫੋਨ ਨੰਬਰ ਹੈਗਾ ਉਹ ਸਕਰੀਨ ਦੇ ਉੱਪਰ ਮੋਬਾਈਲ ਨੰਬਰ ਹੈਗਾ, ਉਹਦੇ ਤੇ ਤੁਸੀਂ ਸ਼ੋਅ ਤੋਂ ਬਾਅਦ ਕਾਲ ਕਰ ਸਕਦੇ ਹੋ, ਇਹਨਾਂ ਨਾਲ ਅਪਾਇੰਟਮੈਂਟ ਬਣਾ ਸਕਦੇ ਹੋ। ਅਪਾਇੰਟਮੈਂਟ ਤਾਂ ਚਲੋ ਫੇਸ ਟੂ ਫੇਸ ਅੰਦਰ ਆਫਿਸ ਨਹੀਂ ਜਾ ਸਕਦੇ, ਵੀ ਤੁਸੀਂ ਇਹਨਾਂ ਨਾਲ ਗੱਲ ਕਰਨ ਦੇ ਲਈ ਜਿਹੜਾ ਵੀ ਤੁਹਾਡਾ ਕੇਸ ਹੈਗਾ ਉਹਨੂੰ ਇਨ ਡੀਟੇਲ ਜਿਹੜਾ ਵੀ ਤੁਸੀਂ ਡਿਸਕਸ ਕਰਨਾ ਚਾਹੁੰਦੇ ਹੋ, ਕਿਉਂਕਿ ਇਸ ਤਰ੍ਹਾਂ ਸ਼ੋਅ ਦੇ ਵਿੱਚ ਸਿਰਫ ਤੁਹਾਨੂੰ ਮਾੜਾ ਮੋਟਾ ਹੀ ਦੱਸਿਆ ਜਾ ਸਕਦਾ ਹੈਗਾ, ਤੇ ਜਿਹੜੀ ਪੂਰੀ ਇਨਫੋਰਮੇਸ਼ਨ ਚਾਹੀਦੀ ਹੈਗੀ, ਜਿਹੜਾ ਵੀ ਕੇਸ ਹੈਗਾ ਉਹਦੇ ਮੁਤਾਬਕ ਇਹਨਾਂ ਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ। ਤੇ ਤੁਸੀਂ ਸਿੱਖ ਚੈਨਲ ਦਾ ਜਿਹੜਾ ਇਸ ਵੇਲੇ ਸ਼ੋਅ ਚੱਲ ਰਿਹਾ, ਇਹਨੂੰ ਟੈਲੀਫੋਨ ਕਰੋਗੇ 0121380105 ਲਓ ਅਗਲਾ ਕਾਲ ਲਈਏ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਹਾਂਜੀ, ਵਾਜੀ ਖਾਲਸਾ, ਵਾਜੀ ਫਤਿਹ ਜੀ। ਹੈਲੋ ਹੈਲੋ ਹੈਲੋ, ਹਾਂਜੀ, ਵਾਜੀ ਖਾਲਸਾ, ਵਾਜੀ ਫਤਿਹ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ। ਮੈਂ ਪਤਾ ਕਰਨਾ ਸੀਗਾ ਕੁਇਕਲੀ ਕਿ ਮੇਰਾ ਇੱਕ ਕਜ਼ਨ ਹੈ, ਉਹ ਮਿਡਲ ਈਸਟ ਰਹਿੰਦੇ ਨੇ, ਉਹ ਇੱਥੇ ਚਾਹੁੰਦੇ ਆ ਕਿ ਆਪਣਾ ਪ੍ਰੋਪਰਟੀ ਖਰੀਦਣੀ ਦੇ ਮਤਲਬ ਕੋਈ ਉਹਦਾ ਕੀ ਸਿਸਟਮ ਆ, ਆਪਣੇ ਪ੍ਰੋਪਰਟੀ ਵਗੈਰਾ ਖਰੀਦ ਸਕਦੇ ਨੇ ਇੱਥੇ? ਹਾਂਜੀ, ਕੁਛ ਹੈ ਇਹਦੇ ਬਾਰੇ ਆਪਣੇ ਲਖਵਿੰਦਰ ਜੀ ਜਾਂ ਗੁਰਿੰਦਰ ਜੀ? ਭਾਜੀ ਜੇ ਉਹਨਾਂ ਦੀ ਸਟੇਟਸ ਕੀ ਹੈ ਇੱਥੇ? ਉਹ ਇੱਥੇ ਨਹੀਂ ਰਹਿੰਦੇ ਨੇ, ਉਹ ਇਸ ਕੰਟਰੀ 'ਚ ਵੀ ਰਹਿੰਦੇ ਨੇ, ਉਹ ਬਾਹਰ ਰਹਿੰਦੇ ਨੇ, ਉਹ ਪੈਸਾ ਇਨਵੈਸਟ ਕਰਕੇ ਪ੍ਰੋਪਰਟੀ ਲੈਣਾ ਚਾਹੁੰਦੇ ਨੇ ਇੱਥੇ। ਹਾਂਜੀ ਭਾਜੀ, ਪੈਸਾ ਇਨਵੈਸਟ ਕਰਨਾ, ਕੈਸ਼ ਲੈਣਾ ਹੈ ਤਾਂ ਫਿਰ ਉਹ ਲੈ ਸਕਦੇ ਆ, ਮੋਰਗੇਜ ਲਈ ਤਾਂ ਨਹੀਂ ਉਹਨਾਂ ਨੂੰ ਐਲੀਜੀਬਿਲਿਟੀ ਹੋਏਗੀ। ਸੋ ਯਾ, ਹਾਂਜੀ।
ਮਤਲਬ ਅੱਛਾ ਮਤਲਬ ਕੈਸ਼ ਤੇ ਲੈਣਾ ਚਾਹੁੰਦੇ ਹੋ ਤਾਂ ਮੋਰਗੇਜ ਨਹੀਂ ਹੈ। ਨਹੀਂ ਮੋਰਗੇਜ ਨਹੀਂ ਮਿਲੇਗੀ। ਹੋਏਗਾ ਰਹਿੰਦਾ ਉਹ ਨਹੀਂ ਮਿਲੇਗੀ ਨਾ। ਤੇ ਅਗਰ ਕੈਸ਼ ਤੇ ਲੈਂਦੇ ਨੇ ਤਾਂ ਫਿਰ ਕੀ ਉਹਨਾਂ ਨੂੰ ਉਹਦਾ ਵੀਜ਼ਾ ਸਟੇਟਸ ਵਗੈਰਾ ਮਿਲਦਾ ਉਹਨਾਂ ਨੂੰ ਫਿਰ ਤੇ? ਨਹੀਂ ਭਾਜੀ, ਤੁਸੀਂ ਜੇ ਪ੍ਰਾਪਰਟੀ 'ਚ ਇਨਵੈਸਟ ਕਰਦੇ ਆ ਤਾਂ ਉਹ ਕੋਈ ਵੀਜ਼ਾ ਰੂਟ ਨਹੀਂ ਹੈਗਾ। ਉਹ ਸਿਰਫ ਤੁਸੀਂ ਆਪਣੇ ਫਾਈਨੈਂਸ਼ੀਅਲ ਪਲੈਨਿੰਗ ਦੇ ਹਿਸਾਬ ਨਾਲ ਤੁਸੀਂ ਕਰ ਰਹੇ ਆ ਇਨਵੈਸਟਮੈਂਟ 'ਚ ਕੋਈ ਹੈਗੀ, ਪਰ ਇਟ ਡਸਨਟ ਲੀਡ ਟੂ ਐਨੀ ਇਮੀਗ੍ਰੇਸ਼ਨ ਐਡਵਾਂਟੇਜ। ਹਾਂਜੀ ਠੀਕ ਹੈ ਜੀ, ਓਕੇ ਬਹੁਤ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ। ਹਾਂਜੀ ਅਗਲਾ ਕਾਲ ਲਈਏ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਹੈਲੋ ਹਾਂਜੀ ਹੈਲੋ, ਕੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਸ਼ੋਕ ਗੱਲ ਕਰਨੀ ਸੀ ਜੀ। ਹਾਂਜੀ ਕਰੋ ਜੀ ਕਰੋ, ਸੁਣ ਲੈ ਵਕੀਲ ਤੁਹਾਡੀ ਗੱਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਮੈਂ ਇੱਥੋਂ ਸੰਦੀਪ ਸਿੰਘ ਬੋਲਦਾ ਜੀ। ਮੈਂ 2014 ਵਿੱਚ ਇੱਥੇ ਆਇਆ ਸੀਗਾ ਸਰ ਜੀ, ਤੇ ਮੈਨੂੰ ਪਹਿਲਾਂ 5 ਸਾਲ ਦਾ ਕਾਰਡ ਮਿਲ ਗਿਆ ਸੀਗਾ ਇੱਥੋਂ। ਮੈਂ ਇੰਡੀਅਨ ਪਾਸਪੋਰਟ ਹੈ ਮੇਰੇ ਕੋਲ, ਆਪਣੀ ਵਾਈਫ ਦੇ ਨਾਲ ਆਇਆ ਸੀਗਾ, ਤੇ ਮੈਨੂੰ 5 ਸਾਲ ਦਾ ਕਾਰਡ ਮਿਲ ਗਿਆ ਸੀ। ਤੇ ਹੁਣ ਮੇਰਾ ਟਾਰਗੇਟ ਐਕਸਪਾਇਰ ਜਿਹੜਾ ਉਹ ਹੋਣ ਵਾਲਾ ਆ, ਤੇ ਮੈਂ ਦੁਬਾਰਾ ਜਿਹੜਾ ਮੈਨੂੰ ਸਟੇਟਸ ਜਿਹੜਾ ਸੈਟਲਮੈਂਟ ਸਟੇਟਸ ਮਿਲ ਚੁੱਕਾ ਆ, ਤੇ ਮੇਰੇ ਫਿੰਗਰ ਵੀ 30 ਅਕਤੂਬਰ ਨੂੰ ਹੋ ਗਏ ਸੀਗੇ ਦੁਬਾਰਾ। ਤੇ ਮੈਨੂੰ ਹੁਣ ਕਾਰਡ ਜਿਹੜਾ ਦੁਬਾਰਾ ਸੈਟਲਮੈਂਟ ਵਾਲਾ ਕਦੋਂ ਕਿੰਨੇ ਚਿਰ ਤੱਕ ਬਣ ਕੇ ਆਊਗਾ? ਪਰ ਕਾਰਡ ਇਸ਼ੂ ਹੋਣ 'ਚ ਡਿਲੇਜ਼ ਹੋ ਰਹੇ ਨੇ। ਤੁਹਾਨੂੰ ਚਿੱਠੀ ਆ ਗਈ ਹੈ ਵੀ ਤੁਹਾਨੂੰ ਸੈਟਲ ਸਟੇਟਸ ਮਿਲ ਗਈ ਹੈ ਇੱਥੇ? ਹਾਂਜੀ ਉਹ ਚਿੱਠੀ ਆ ਗਈ ਹੈ ਜੀ ਮੈਨੂੰ। ਹਾਂਜੀ ਉਹ ਠੀਕ ਹੈ। ਸੋ ਜਿਹੜੀ ਤੁਹਾਡੀ ਸਟੇਟਸ ਹੈ ਭਾਜੀ, ਤੁਸੀਂ ਉਹਨੂੰ ਆਨਲਾਈਨ ਵੀ ਕਨਫਰਮ ਕਰ ਸਕਦੇ ਆ, ਪਰ ਹਜੇ ਜਿਹੜਾ ਬਾਇਓਮੈਟ੍ਰਿਕ ਕਾਰਡਸ ਨੇ ਉਹਦੇ ਵਿੱਚ ਥੋੜੀ ਜਿਹੀ ਡਿਲੇਜ਼ ਚੱਲਦੀ ਪਏ ਨੇ। ਤੇ ਜੇ ਮੇਰਾ ਹੁਣ ਅਗਲੇ ਨੈਕਸਟ ਮੰਥ ਐਕਸਪਾਇਰ ਹੋ ਜਾਣਾ ਸਰ, ਤੇ ਫਿਰ ਮੈਂ ਇਹਦਾ ਮਤਲਬ ਕੰਟਰੀ 'ਚ ਆਊਟ ਨਹੀਂ ਕਰ ਸਕਦਾ ਇੰਨਾ ਮੈਨੂੰ ਕਾਰਡ ਨਹੀਂ ਨਵਾਂ ਆਉਂਦਾ? ਨਹੀਂ, ਜਿਹੜੀ ਤੁਸੀਂ ਆਨਲਾਈਨ ਜਿਹੜੀ ਕਨਫਰਮੇਸ਼ਨ ਹੈਗੀ ਆ, ਤੁਸੀਂ ਉਹਨੂੰ ਪ੍ਰਿੰਟ ਕਰਕੇ ਨਾਲ ਰੱਖ ਲਓ। ਉਹਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਆ, ਕਿਉਂਕਿ ਜਦੋਂ ਤੁਸੀਂ ਮੁੜ ਕੇ ਆਉਣਾ ਉਹ ਤੁਹਾਡਾ ਸਿਸਟਮ 'ਚ ਜਿਹੜਾ ਹੈਗਾ ਉਹ ਦਰਜ ਹੈਗਾ। ਸਿਸਟਮ 'ਚ ਸਾਰੀ ਇਨਫੋਰਮੇਸ਼ਨ ਵੀ ਤੁਹਾਨੂੰ ਇੱਥੇ ਸਟੇਟਸ ਮਿਲੀ ਹੈ। ਓਕੇ ਜੀ, ਬਹੁਤ ਬਹੁਤ ਧੰਨਵਾਦ ਜੀ। ਬਹੁਤ ਧੰਨਵਾਦ ਜੀ ਤੁਹਾਡੇ ਕਾਲ ਕਰਨ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਲਖਵਿੰਦਰ ਜੀ, ਜਦੋਂ ਅਸੀਂ ਗੱਲ ਕਰਦੇ ਹੈਗੇ ਜੇ ਕੋਈ ਬੰਦਾ ਓਵਰਸਟੇਅਰ ਹੈਗਾ ਤੇ ਉਹਦੇ ਵਿੱਚ ਜੇ ਉਸ ਬੰਦੇ ਨੇ ਮਤਲਬ ਇੱਥੇ ਕੋਈ ਵੀ ਸਿਚੁਏਸ਼ਨ ਹੈਗੀ ਆ, ਉਹ ਕਿਹੜੀ ਗਰਾਊਂਡ ਦੇ ਵਿੱਚ ਐਪਲੀਕੇਸ਼ਨ ਇਹ ਕਰ ਸਕਦਾ ਹੈਗਾ? ਤੇ ਇਹ ਸਵਾਲ ਹੈਗਾ, ਇਹ ਫਿਰ ਲੈਣੇ ਪਹਿਲਾਂ ਆਪਾਂ ਕਾਲ ਲੈ ਲਈਏ, ਉਸ ਸਵਾਲ ਤੇ ਆਪਾਂ ਇਹੀ ਗੱਲ ਕਰਦੇ ਹਾਂ। ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਹਾਂਜੀ ਤੁਸੀਂ ਕਾਲ ਤੁਹਾਡਾ ਥਰੂ ਆ, ਤੁਸੀਂ ਵਕੀਲ ਸਾਹਿਬ ਨੂੰ ਕੀ ਪੁੱਛਣਾ ਚਾਹੁੰਦੇ? ਹਾਂਜੀ ਮੈਂ ਨਾ ਮੇਰੇ ਕੋਲ ਇਟਾਲੀਅਨ ਸਿਟੀਜ਼ਨਸ਼ਿਪ ਹੈ ਜੀ। ਤੇ ਮੈਨੂੰ ਇੱਥੇ ਮਿਲ ਗਈ ਸੀਗੀ, ਮੈਨੂੰ ਇੱਥੇ ਆਪਣੇ ਬਾਇਓਮੈਟ੍ਰਿਕ ਮਿਲ ਗਿਆ ਸੀਗਾ, ਮੇਰੀ ਵਾਈਫ ਨੂੰ ਮਿਲ ਗਿਆ ਆ, ਤੇ ਨਾਲ ਮੇਰੇ ਇੱਕ ਸਨ ਨੂੰ ਮਿਲ ਗਿਆ ਆ। ਹਾਂਜੀ ਮੇਰਾ ਇੱਕ ਸਨ 29 ਸਾਲ ਦਾ ਆ, ਤੇ ਉਹ ਹਾਲੇ ਇਟਲੀ 'ਚ ਹੀ ਆ। ਮਤਲਬ ਉਹਨੂੰ ਮਿਲ ਸਕਦੀ ਆ ਬਾਇਓਮੈਟ੍ਰਿਕ? ਹਾਂਜੀ ਨਹੀਂ ਸਰ, ਬ੍ਰੈਕਸਿਟ ਹੋ ਗਈ ਆ। ਹਾਂਜੀ 31 ਦਸੰਬਰ ਨੂੰ ਬ੍ਰੈਕਸਿਟ ਹੋ ਗਈ ਸੀਗੀ। ਸੋ ਜੇ ਉਹ ਹਜੇ ਇਟਲੀ ਦੇ ਵਿੱਚ ਹੀ ਆ, ਸੋ ਜਿਹੜੀ ਹੁਣ ਇੰਗਲੈਂਡ 'ਚ ਜਿਹੜੀ ਡੋਮੈਸਟਿਕ ਇਮੀਗ੍ਰੇਸ਼ਨ ਪੋਲਿਸੀ ਆ ਉਹਦੇ ਮੁਤਾਬਿਕ ਉਹਨੂੰ ਫਿਰ ਇੱਥੇ ਆਉਣ ਦੀ ਪਰਮਿਸ਼ਨ ਲੈਣੀ ਪੈਣੀ ਹੈ, ਜਾਂ ਤਾਂ ਕੰਮ ਦੇ ਬੇਸ ਤੇ, ਪੜ੍ਹਾਈ ਦੇ ਬੇਸ ਤੇ, ਜਾਂ ਵੈਸੇ ਘੁੰਮਣ ਫਿਰਨ ਦੇ ਬੇਸਿਸ ਤੇ। ਹਾਂਜੀ ਠੀਕ ਹੈ। ਸੋ ਅੱਛਾ 31 ਤਰੀਕ ਤੋਂ ਪਹਿਲਾਂ ਐਂਟਰ ਹੋਣਾ ਚਾਹੀਦਾ ਸੀ ਇੱਥੇ? ਹਾਂਜੀ ਬਿਲਕੁਲ। 31 ਦਸੰਬਰ ਕੱਟ ਆਫ ਡੇਟ ਹੈਗੀ ਸੀ। 1 ਜਨਵਰੀ 2021 ਨਿਊ ਲੈਜਿਸਲੇਸ਼ਨ ਦੇ ਉਹਨੂੰ ਅਨੁਸਾਰ ਤੇ ਡੋਮੈਸਟਿਕ ਲਾਅ ਦੇ ਵਿੱਚ ਆ ਗਈ UK। ਐਵਰੀ ਯੂਰੋਪੀਅਨ ਐਪਲੀਕੇਸ਼ਨ ਨਾਓ ਜਿਹੜੀ ਐਂਟਰੀ ਕਲੀਅਰੈਂਸ ਜਿਹੜੀ ਸੀਕ ਕਰਨਾ ਚਾਹੁੰਦੇ UK ਦੇ ਬਾਹਰੋਂ ਆਉਣਾ ਚਾਹੁੰਦੇ ਅੰਡਰ UK ਜੂਰਿਸਡਿਕਸ਼ਨ ਡੋਮੈਸਟਿਕ ਲਾਅ ਦੇ ਵਿੱਚ ਤੁਹਾਨੂੰ ਸੈਟੀਸਫਾਈ ਕਰਨਾ ਪੈਂਦਾ। ਹੁਣ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ, ਪਰ ਜੇ ਕੱਲ ਨੂੰ ਉਹਨਾਂ ਨੂੰ ਉੱਥੇ ਦੀ ਸਿਟੀਜ਼ਨਸ਼ਿਪ ਮਿਲ ਜਾਵੇ ਤਾਂ ਉਹ ਇੱਥੇ ਘੁੰਮਣ ਫਿਰਨ ਆ ਸਕਦੇ। ਕਹਿੰਦੇ ਜੂਨ ਤੱਕ ਅਪਲਾਈ ਕਰ ਸਕਦੇ। ਉਹ ਐਗਜ਼ਿਸਟਿੰਗ ਹੈਗੇ, ਜਿਹੜੇ ਐਗਜ਼ਿਸਟਿੰਗ ਆਲਰੇਡੀ ਆ ਚੁੱਕੇ ਨੇ ਉਹਨਾਂ ਕੋਲ 30 ਜੂਨ ਤੱਕ ਦਾ ਟਾਈਮ ਹੈ। ਠੀਕ ਹੈ ਜੀ, ਬਹੁਤ ਧੰਨਵਾਦ ਜੀ ਕਾਲ ਕਰਨ ਦਾ। ਫੋਨ ਕਰਕੇ ਕਰ ਲਈਏ ਤੇ ਅਗਲਾ ਕਾਲ ਲੈਣੇ। ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਖਾਲਸਾ ਫਤਿਹ ਜੀ। ਹਾਂਜੀ ਤੁਸੀਂ ਵਕੀਲ ਸਾਹਿਬ ਦੇ ਨਾਲ ਕੀ ਪੁੱਛਣਾ ਚਾਹੁੰਦੇ ਹੋ?
ਮੈਂ ਸਵਾਲ ਕਰਨਾ ਸੀ ਇੱਕ BRP ਕਾਰਡ ਬਾਰੇ। ਹਾਂਜੀ ਕਰੋ। ਹੈਲੋ ਹਾਂਜੀ ਪੁੱਛੋ ਜੀ। ਹਾਂਜੀ ਭਾਜੀ, ਅਸੀਂ ਨਾ ਇਟਲੀ ਤੋਂ ਆਏ ਸੀਗੇ ਤੇ ਮੇਰੀ ਵਾਈਫ ਦਾ ਨਾ ਇੱਥੇ BRP ਕਾਰਡ ਅਪਲਾਈ ਹੋਇਆ ਸੀਗਾ। ਹਾਂਜੀ ਭਾਜੀ। ਤੇ ਉਹ ਤੇ ਨਾ ਐਡਰੈਸ ਪਹਿਲਾਂ ਦੂਸਰੇ ਘਰ ਦਾ ਭਰਿਆ ਗਿਆ ਜਿੱਥੇ ਅਸੀਂ ਪਹਿਲਾਂ ਰਹਿੰਦੇ ਸੀਗੇ। ਤੇ ਅਸੀਂ ਦੂਸਰਾ ਘਰ ਮੁੜ ਕੇ ਬਦਲੀ ਕਰ ਲਿਆ। ਅਸੀਂ ਐਡਰੈਸ ਵੀ ਚੇਂਜ ਕਰਾਇਆ ਸੀ ਉਹਨਾਂ ਦਾ, ਤੇ ਪਰ ਉਹਨਾਂ ਨੇ BRP ਕਾਰਡ ਜਿਹੜਾ ਉਹ ਪਹਿਲੇ ਐਡਰੈਸ ਤੇ ਭੇਜਤਾ ਸੀ। ਉਹ ਸਾਨੂੰ ਕਾਰਡ ਜਿਹੜਾ ਉਹ ਮਿਲਿਆ ਨਹੀਂ। ਜਿਨ੍ਹਾਂ ਨੇ ਘਰ ਲਿਆ ਸੀ ਉਹਨਾਂ ਨੇ ਵਾਪਸ ਕਰਤਾ ਕਾਰਡ। ਉਹ ਹਾਂਜੀ, ਉਹ ਕਾਰਡ ਨਾ ਤਾਂ ਹੁਣ ਪਿੱਛੇ ਮਿਲਿਆ ਤੇ ਨਾ ਸਾਨੂੰ ਹੀ ਮਿਲਿਆ। 1 ਸਾਲ ਹੋ ਗਿਆ ਪੂਰਾ ਸਾਨੂੰ ਈਮੇਲਾਂ ਕਰਦਿਆਂ ਨੂੰ, ਤੇ ਸਾਨੂੰ ਕੋਈ ਉਹਦਾ ਜਵਾਬ ਨਹੀਂ ਮਿਲਦਾ। ਤੇ ਕੀ ਕਰਨਾ ਚਾਹੀਦਾ ਉਹਦੇ ਬਾਰੇ? ਸਰ ਤੁਹਾਡਾ ਜਿਹੜਾ ਵੀ ਤੁਸੀਂ ਈਮੇਲ ਕਰ ਰਹੇ ਆ ਉਹ ਸਾਨੂੰ ਦੇਖਣੀਆਂ ਪੈਣੀਆਂ ਵੀ ਤੁਸੀਂ ਕਿਹਨੂੰ ਕਰ ਰਹੇ ਆ ਜਾਂ ਕੀ ਕਰ ਰਹੇ ਆ। ਸੋ ਹੈਗਾ ਤਾਂ ਇਹਦਾ ਜਿਹੜਾ ਹੱਲ ਕੋਰਸਪੋਂਡੈਂਸ ਦੇ ਥਰੂ ਹੀ ਆ। ਮਤਲਬ ਕਿ ਉਹਨਾਂ ਨੂੰ ਲਿਖਣਾ ਪੈਂਦਾ, ਐਕਸਪਲੇਨ ਕਰਨਾ ਪੈਂਦਾ ਵੀ ਇਸ ਤਰ੍ਹਾਂ ਗੱਲ ਹੋਈ ਆ। ਸੋ ਜਿਹੜਾ ਕਾਰਡ ਆ ਉਹ ਫਿਰ ਉਹ ਲੋਸਟ ਰਿਪੋਰਟ ਕਰਨਾ ਪੈਂਦਾ। ਉਹ ਕਾਰਡ ਨੂੰ ਡਿਸਟਰੋਏ ਕਰ ਦਿੰਦੇ। ਤਾਂ ਯੂਜਲੀ ਕੀ ਹੁੰਦਾ ਵੀ ਉਹ ਤੁਹਾਨੂੰ ਨਵਾਂ ਕਾਰਡ ਤੇ ਭੇਜ ਦਿੰਦੇ ਨਵੇਂ ਐਡਰੈਸ ਤੇ। ਪਰ ਕਿਉਂ ਤੁਹਾਨੂੰ ਸਾਲ ਭਰ ਲੱਗ ਰਿਹਾ? ਹੋ ਸਕਦਾ ਪੁਲਿਸ ਕੋਲ ਰਿਪੋਰਟ ਲਿਖਾਉਂਦੇ ਆ, ਪੁਲਿਸ ਰਿਪੋਰਟ ਨਹੀਂ ਲੈ ਲਿਖਦੀ। ਉਹ ਕਹਿੰਦੇ ਤੁਹਾਨੂੰ ਕਾਰਡ ਮਿਲਿਆ ਹੀ ਨਹੀਂਗਾ, ਅਸੀਂ ਰਿਪੋਰਟ ਕਾਹਦੀ ਲਿਖੀਏ। ਅਸੀਂ ਆਫਿਸ ਨੂੰ ਵੀ ਈਮੇਲਾਂ ਕੀਤੀਆਂ, ਉਹਦੇ ਸਾਰੀ ਡਿਟੇਲ ਲਿਖੀ ਆ, ਪਰ ਸਾਨੂੰ ਕੋਈ ਜਵਾਬ ਨਹੀਂ ਮਿਲ ਰਿਹਾ ਉਹਦੇ। ਨਾ ਸਾਡੀ ਲੋਸ ਦੀ ਰਿਪੋਰਟ ਹੀ ਲਿਖ ਰਹੇ ਨੇ ਉਹ, ਨਾ ਦੁਬਾਰਾ ਕਾਰਡ ਹੀ ਅਪਲਾਈ ਹੋ ਰਿਹਾ ਆ। ਹਾਂਜੀ ਗੱਲ ਕਰ ਰਹੀ ਹੋ। ਜਿਹੜਾ ਨੰਬਰ ਹੈ ਦਿੱਤਾ ਇਹਨਾਂ ਦਾ ਵਕੀਲ ਸਾਹਿਬ ਨੇ, ਇੱਥੇ ਬਾਅਦ ਚ ਦਫ਼ਤਰੇ ਗੱਲ ਕਰ ਸਕਦੇ ਹਾਂ ਜੀ। ਆਹ ਇਹ ਸ਼ੋਅ ਤੋਂ ਬਾਅਦ ਜਿਹੜੇ ਈਮੇਲ ਵਗੈਰਾ ਹੈਗੇ ਸਾਰਾ ਕੁਝ ਦੇਖਣ ਤੋਂ ਬਾਅਦ ਇਹ ਤੁਹਾਨੂੰ ਫਿਰ ਦੱਸ ਸਕਣਗੇ ਨਾ, ਕਿਉਂਕਿ ਹੁਣ ਫੋਨ ਦੇ ਉੱਤੇ ਤਾਂ ਇੰਨੀ ਇਨਫੋਰਮੇਸ਼ਨ ਨਹੀਂ ਪਤਾ ਲੱਗ ਸਕੇਗਾ, ਹਨਾ। ਠੀਕ ਹੈ ਜੀ, ਓਕੇ ਜੀ, ਬਹੁਤ ਬਹੁਤ ਧੰਨਵਾਦ ਕਾਲ ਕਰਨ ਦਾ। ਅਗਲਾ ਕਾਲ ਜੀ। ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਹਾਂਜੀ ਮੈਂ ਇੱਕ ਕੁਐਸਚਨ ਕਰਨਾ ਸੀ। ਮੇਰੀ ਨਾ ਡੈਫੀਨੇਟ ਹੋਣ ਲਈ, ਮਤਲਬ ਕਿ ਮੇਰਾ ਕਾਰਡ ਖਤਮ ਹੋਣ ਲਈ ਨਾ 28 ਮਾਰਚ ਨੂੰ ਹੋ ਜਾਣਾ, ਤੇ ਹੁਣ ਸਾਰੀਆਂ ਹੁਣ ਸਿਖਲਾਈ ਸੈਂਟਰ ਵੀ ਬੰਦ ਹੋਏ ਆ, ਤੇ ਫਿਰ ਮੇਰਾ ਹਜੇ ਪੇਪਰ ਰਹਿੰਦੇ ਆ ਦੋਨੇ। ਤੇ ਹੁਣ ਮੈਂ ਕੀ ਕਰ ਸਕਦੀ ਹਾਂ ਵੀ ਮੈਂ 28 ਮਾਰਚ ਨੂੰ ਕਾਰਡ ਮੇਰਾ ਖਤਮ ਹੋ ਜਾਣਾ। ਤੁਹਾਨੂੰ ਕਿਹੜਾ ਕਾਰਡ ਮਿਲਿਆ? ਕਿਹੜਾ ਸਟੇ ਤੁਹਾਡੇ ਕੋਲ? ਮੇਰੇ ਕੋਲ ਮੇਰੇ ਹਸਬੈਂਡ ਦੇ ਨਾਲ ਮੈਨੂੰ ਕਾਰਡ ਮਿਲਿਆ ਸੀਗਾ ਨਾ 3 ਸਾਲ ਦਾ। 3 ਸਾਲ ਦਾ ਪਹਿਲੇ ਮਿਲਿਆ ਸੀ, 3 ਦਾ ਹੁਣ ਮਿਲਿਆ। ਹੁਣ ਮੈਂ ਡੈਫੀਨੇਟ ਮਿਲਣੀ ਸੀਗੀ ਨਾ। ਹਾਂਜੀ ਹਾਂਜੀ। ਸੋ ਓਕੇ, ਸੋ ਤੁਸੀਂ ਇੰਡੈਫਿਨਿਟ ਵਾਸਤੇ ਅਪਲਾਈ ਕਰਨਾ, ਤਾਂ ਤੁਹਾਡੇ ਕੋਲ ਇੰਗਲਿਸ਼ ਟੈਸਟ ਨਹੀਂ ਹੋ ਰਿਹਾ ਨਾ? ਹਾਂਜੀ ਹਾਂਜੀ, ਹੁਣ ਬੰਦ ਹੋ ਗਿਆ ਫਿਰ ਨਾ ਸਾਰੇ ਸਿਖਲਾਈ। ਹਾਂਜੀ ਅੱਛਾ ਜੀ, ਓਕੇ। ਸੋ ਤੁਹਾਨੂੰ ਐਕਸਟੈਂਸ਼ਨ ਵਾਸਤੇ ਅਪਲਾਈ ਕਰਨਾ ਪਏਗਾ। ਅੱਛਾ ਜੀ, ਕਿੱਦਾਂ ਉਹਨਾਂ ਨੂੰ ਹਾਂਜੀ ਦੁਬਾਰਾ ਫਾਈਲ ਲਈ ਕਹਿਣਾ ਪਏਗਾ? ਹਾਂਜੀ ਵਧਾਉਣਾ ਪੈਣਾ ਤੁਹਾਨੂੰ ਆਪਣਾ ਸਟੇ। ਹਾਂਜੀ ਤੁਸੀਂ ਇੰਨਾ ਟਾਈਮ ਕਿਉਂ ਲਾਤਾ? 3 ਸਾਲ ਤੁਹਾਡੇ ਕੋਲ ਸੀਗੇ ਇੰਗਲਿਸ਼ ਪਾਸ ਕਰਨ ਨੂੰ। ਪਹਿਲਾਂ ਕੀਤਾ ਨਹੀਂ ਹੈਗਾ, ਪਹਿਲਾਂ ਕੀਤਾ ਨਹੀਂ। ਹੁਣ ਜਦੋਂ ਮਾਰਚ ਤੋਂ ਸ਼ੁਰੂ ਕਰਨਾ ਸੀ ਉਦੋਂ ਲੋਕਡਾਊਨ ਲੱਗਾ ਹੈ, ਸਾਰਾ ਹੀ ਹੋ ਗਿਆ ਏਦਾਂ ਹੀ ਲੰਘ ਗਿਆ। ਹਾਂਜੀ ਹਾਂਜੀ, ਹੁਣ ਪੇਪਰ ਲਈ ਵੀ ਡੇਟ ਨਹੀਂ ਮਿਲਦੀ ਨਾ ਕੋਈ ਵੀ। ਮੈਂ ਪੜ੍ਹਦੀ ਤਾਂ ਹੈਗੀ ਹਾਂ। ਓਕੇ ਤੁਸੀਂ ਭੈਣ ਜੀ ਵਧਾ ਲਓ ਆਪਣਾ ਵੀਜ਼ਾ, ਸੌਖਾ ਬਚ ਜਾਏਗਾ, ਰਾਈਟ। ਸੋ 3 ਸਾਲ ਹੋਰ ਬਚ ਜਾਏਗਾ, ਤਾਂ ਤੁਸੀਂ ਉਹਦੇ ਵਿੱਚ ਤੁਸੀਂ ਕਰਕੇ ਫਿਰ ਇੰਡੈਫਿਨਿਟ ਲੈ ਲਿਓ। 3 ਸਾਲ ਤਾਂ ਫਿਰ ਬਹੁਤ ਹੋ ਜਾਣੇ ਆ। ਨਹੀਂ 3 ਸਾਲ ਦੇ ਵਿਚਾਲੇ ਜ਼ਰੂਰੀ ਤਾਂ ਨਹੀਂ ਵੀ ਤੁਸੀਂ ਪੂਰੇ 3 ਸਾਲ ਵੇਟ ਕਰਨੇ ਆ। ਮੈਂ ਵੈਸੇ ਕਹਿ ਰਿਹਾ ਵੀ ਥੋੜਾ 3 ਸਾਲ ਵੱਧ ਜਾਏਗਾ। ਜਿੱਦਾਂ ਹੀ ਇੰਗਲਿਸ਼ ਦਾ ਪਾਸ ਹੋ ਜਾਂਦਾ ਤੁਸੀਂ ਫਿਰ ਇੰਡੈਫਿਨਿਟਲੀ ਅਪਲਾਈ ਕਰ ਲਿਓ। ਠੀਕ ਹੈ। ਹਾਂਜੀ, ਤੇ ਫਿਰ ਕਦੋਂ ਕਰਨਾ ਪਊਗਾ ਅਪਲਾਈ? ਭੈਣ ਜੀ ਵੀਰ ਜੀ ਕਹਿੰਦੇ ਪਏ ਹੈਗੇ ਤੁਸੀਂ ਪਹਿਲਾਂ ਆਪਣਾ ਐਕਸਟੈਂਸ਼ਨ ਕਰ ਦਿਓ। ਕੋਈ ਤੁਹਾਡਾ ਸਮਾਂ ਹੈਗਾ UK ਦੇ ਵਿੱਚ, ਤੁਹਾਡਾ ਹੱਕ ਹੈਗਾ ਜਿਹਦੇ ਵਿੱਚ ਤੁਸੀਂ ਲਾ ਦਿੱਤਾ ਹੈਗਾ ਤੇ ਤੁਸੀਂ ਇੰਗਲਿਸ਼ ਪਾਸ ਕੀਤਾ ਹੈਗਾ, ਫਿਰ ਜਾ ਕੇ ਤੁਸੀਂ ਅਪਲਾਈ ਕਰ ਲਓ ਇੰਡੈਫਿਨਿਟ ਵਾਸਤੇ। ਕੋਈ ਟਾਈਮ ਲਿਮਿਟ ਨਹੀਂ ਹੁੰਦਾ, ਤੁਹਾਨੂੰ ਜ਼ਰੂਰੀ ਵੇਟ ਨਹੀਂ ਕਰਨਾ ਪੈਂਦਾ ਲੌਂਗ ਟਾਈਮ। ਤੁਸੀਂ ਮੰਨੋ ਜਿੱਦਾਂ ਤੁਸੀਂ ਇਸ ਮਹੀਨੇ ਲਾ ਦਿੱਤਾ ਹੈਗਾ, ਅਗਲੇ ਮਹੀਨੇ ਤੁਸੀਂ ਇੰਗਲਿਸ਼ ਪਾਸ ਕੀਤੀ ਹੈ, ਅਗਲੇ ਮਹੀਨੇ ਫਿਰ ਤੁਸੀਂ ਫਿਰ ਲਾ ਦਿਓ। ਜਿਹੜੀ ਪੱਕੇ ਹੈਗੀ ਨਾ ਉਸ ਸਮੇਂ ਵਿੱਚ ਤੁਸੀਂ ਚੇਂਜ ਕਰਾ ਸਕਦੇ ਹੋ। ਠੀਕ ਹੈ ਜੀ, ਸਮਝ ਆ ਗਈ? ਹਾਂਜੀ ਹਾਂਜੀ, ਠੀਕ ਹੈ। ਹਾਂਜੀ, ਹੋਰ ਇਨਫੋਰਮੇਸ਼ਨ ਤੁਹਾਨੂੰ ਭੈਣ ਜੀ ਚਾਹੀਦੀ ਹੋਗੀ ਤੇ ਜਿਹੜਾ ਟੈਲੀਫੋਨ ਸਕਰੀਨ ਦੇ ਉੱਪਰ ਹੈਗਾ
ਤੁਸੀਂ ਇੱਥੇ ਕਾਲ ਹਾਂਜੀ ਕਰਕੇ ਨਾਲ ਤੁਸੀਂ ਸਾਰੀ ਸਲਾਹ ਠੀਕ ਹੈ ਕਰਕੇ ਜੀ ਪੁੱਛ ਥੈਂਕ ਸਕਦੇ ਯੂ ਤੁਹਾਡਾ ਜੀ ਥੈਂਕ ਯੂ ਬਹੁਤ ਬਹੁਤ ਹੋ ਜੀ। ਕੋਈ ਪ੍ਰੋਬਲਮ ਆਉਂਦੀ ਉੱਤੇ ਗੱਲ ਕਰ ਲਓ। ਤੇ ਮੈਂ ਸਾਰੇ ਦਰਸ਼ਕਾਂ ਨੂੰ ਇਹ ਵੀ ਦੱਸ ਦੇਵਾਂ ਜੋ ਸਕਰੀਨ ਦੇ ਉੱਤੇ ਹਾਂਜੀ ਇਹ ਕੰਪਨੀ ਦਾ ਟੈਲੀਫੋਨ ਹੈ ਗੁਰਜਿੰਦਰ ਸਿੰਘ ਜੀ ਲਖਵਿੰਦਰ ਜੀ ਜਿਹੜੇ ਆਪਣੀ ਕੇ ਹਾਂਜੀ ਵੈਲ ਆਏ ਔਰ ਮੈਂ ਕਵਾਲੀਅਨ ਜਿਹੜਾ ਕੰਪਨੀ ਦੇ ਉਹ ਪੜ੍ਹ ਰਿਹਾ ਸੀਗਾ। ਸੋ ਉਹ ਜੋ ਵੀ ਹੈ ਇਹ ਮੇਰੇ ਵੀਰ ਕੇ ਸਾਹਮਣੇ ਬੈਠੇ ਇਹਨਾਂ ਦੇ ਨਾਲ ਤੁਸੀਂ ਪੰਜਾਬੀ ਦੇ ਵਿੱਚ ਪੂਰੀ ਤਰ੍ਹਾਂ ਗੱਲ ਕਰ ਸਕਦੇ ਹੋ, ਅੰਗਰੇਜ਼ੀ 'ਚ ਵੀ ਕਰ ਸਕਦੇ ਹੋ। ਤੇ ਜੋ ਵੀ ਤੁਹਾਨੂੰ ਕਿਸੇ ਕਿਸਮ ਦੀ ਵੀ ਦਿੱਕਤ ਪ੍ਰੋਬਲਮ ਹੈਗੀ ਹੈ ਇਮੀਗ੍ਰੇਸ਼ਨ ਦੇ, ਤੁਸੀਂ ਇਹਨਾਂ ਨੂੰ ਟੈਲੀਫੋਨ ਕਰਕੇ ਇਹਨਾਂ ਦੇ ਨਾਲ ਅਪੁਆਇੰਟਮੈਂਟ ਜਿਹੜੀ ਹੈਗੀ ਆ ਉਹ ਬਣਾ ਕੇ ਤੇ ਤੁਹਾਨੂੰ ਜੋ ਵੀ ਤੁਹਾਡੇ ਸਵਾਲ ਹੈਗੇ ਉਹਨਾਂ ਨੂੰ ਪੂਰੀ ਤਰ੍ਹਾਂ ਉਹਨਾਂ ਦਾ ਜਵਾਬ ਦੇਣਗੇ। ਹਾਂਜੀ ਮੈਂ ਲਖਵਿੰਦਰ ਜੀ ਜਿਹੜੀ ਗੱਲ ਉਸ ਵੇਲੇ ਕਰ ਰਿਹਾ ਸੀਗਾ ਵੀ ਜਿਹੜਾ ਬੰਦਾ ਓਵਰਸਟੇਅਰ ਹੈਗਾ ਉਹ ਗਰਾਊਂਡ ਦੇ ਉੱਤੇ ਐਪਲੀਕੇਸ਼ਨ ਪਾ ਸਕਦਾ। ਹਾਂਜੀ ਓਵਰਸਟੇ ਦਾ ਮਤਲਬ ਹੁੰਦਾ ਕਿ ਤੁਹਾਡਾ ਐਕਸਪਾਇਰ ਹੋਇਆ ਵੀਜ਼ਾ ਤੁਹਾਡਾ ਹੱਕ ਨਹੀਂ ਹੈਗਾ ਇੱਥੇ ਯੂਕੇ ਦੇ ਵਿੱਚ। ਜਦੋਂ ਤੁਹਾਡਾ ਵੀਜ਼ਾ ਐਕਸਪਾਇਰ ਹੋ ਜਾਂਦਾ ਤੁਹਾਡੇ ਰਾਈਟਸ ਇੰਟਾਈਟਲਮੈਂਟ ਉਹਦੇ ਨਾਲ ਬੰਦ ਹੋ ਜਾਂਦੇ ਆ। ਜਿਹੜੀ ਓਵਰਸਟੇ ਦੀ ਗੱਲ ਹੈਗੀ ਹਰ ਇੱਕ ਸਰਕਮਸਟੈਂਸ ਦੇ ਉੱਤੇ ਦੇਖਣਾ ਪੈਂਦਾ ਹੈ ਕਿ ਤੁਹਾਡੀ ਲੈਂਥ ਆਫ ਰੈਜ਼ੀਡੈਂਸੀ ਕਿੰਨਾ। ਕਈਆਂ ਨੇ 4 ਸਾਲ ਰਹੇ ਹੈਗੇ ਆ, ਕਈ 10 ਸਾਲ, ਕਈ 20 ਸਾਲ ਹੈਗੇ ਆ, ਕਈ ਘੱਟ ਹੈ। ਉਹਦੇ ਨਾਲ ਫਿਰ ਵੀ ਦੇਖਣਾ ਪੈਂਦਾ ਕਿ ਤੁਸੀਂ ਲਾਈਫ ਵਿੱਚ ਕੀਤਾ ਕੀ ਹੈ। ਕਈਆਂ ਦੇ ਕੋਲ ਪਾਰਟਨਰ ਹੁੰਦੇ ਆ ਜਿਹਦੇ ਵਿੱਚ ਮੰਨੋ ਆਨੰਦ ਕਾਰਜ ਕਰਕੇ ਸ਼ਾਦੀ ਕੀਤੀ ਹੈ, ਕਈਆਂ ਦੇ ਹਾਲਾਤ ਵੀ ਹੋ ਜਾਂਦੇ ਆ। ਹਾਲਾਤ ਦੇ ਹਰ ਇੱਕ ਸਰਕਮਸਟੈਂਸ ਦੇਖ ਕੇ ਤੁਹਾਡਾ ਇੰਡੀਵਿਜੂਅਲ ਬੇਸਿਸ ਅਸੀਂ ਐਸਟੈਬਲਿਸ਼ ਕਰਕੇ ਤੁਹਾਨੂੰ ਐਡਵਾਈਸ ਦੇ ਸਕਦੇ ਆ। ਐਪਲੀਕੇਸ਼ਨ ਤੁਹਾਡੇ ਦਰਜ ਹੈਗੀ 2 ਪਾਰਟਨਰ ਰੂਪ ਤੇ ਵੀ ਬਣਾ ਸਕਦੇ ਆ। ਤੁਹਾਡੇ ਕੋਲ ਔਲਾਦ ਨਹੀਂ ਹੈਗੀ, ਜੇ ਤੁਹਾਡੇ ਕੋਲ ਔਲਾਦ ਹੈਗੀ ਆ ਫਿਰ ਤੁਸੀਂ ਪੈਰੈਂਟ ਰੂਪ ਦੇ ਉੱਤੇ ਵੀ ਤੁਸੀਂ ਲਾ ਸਕਦੇ ਹੈਗੇ। ਇਹ ਪ੍ਰੋਵੀਜ਼ਨ ਬਣੀ ਹੈਗੀ ਲਾਅ ਦੇ ਵਿੱਚ ਲੌਂਗ ਰੈਜ਼ੀਡੈਂਸੀ ਵਾਸਤੇ। ਨਾਲੇ ਜਿਹੜੇ ਪਹਿਲੇ ਕੋਲਰ ਵੀ ਹੈਗੇ ਸੀ 20 ਸਾਲ 17 ਸਾਲ ਦੇ ਕੋਲ ਲੱਗੇ ਹੈਗੇ ਸੀ 20 ਸਾਲ ਲੌਂਗ ਰੈਜ਼ੀਡੈਂਸ ਵੀ ਬਣ ਵੀ ਸਕਦੀ ਹੈ। ਤੁਸੀਂ 20 ਸਾਲ ਬਿਲਕੁਲ ਲੱਗ ਗਏ ਜਾਂ 20 ਸਾਲ ਤੁਸੀਂ ਤੱਕ ਪਹੁੰਚ ਗਏ ਹੋ ਲੌਂਗ ਰੈਜ਼ੀਡੈਂਸੀ ਵੀ ਤੁਸੀਂ ਐਪਲੀਕੇਸ਼ਨ ਡਾਲ ਸਕਦੇ ਹੋ। ਓਕੇ ਓਕੇ ਓਕੇ। ਤੇ ਜਿਹੜਾ ਹੁਣ ਮਤਲਬ ਆਪਣੇ ਕੋਲ ਆਪਣੀ 2 ਮਿੰਟ ਹੀ ਰਹਿ ਗਏ ਹੈਗੇ ਆ ਤੇ ਜਿਹੜਾ ਹੁਣ ਆਹ ਉਸ ਬ੍ਰੈਕਸਿਟ ਦੇ ਜਿਹੜੇ ਮਤਲਬ ਉਹਨਾਂ ਨੇ ਨੰਬਰ ਗੇਮ ਚਲਾਈ ਸੀ ਲਾਈਕ ਆਸਟ੍ਰੇਲੀਆ ਜਾਂ ਕੁਝ ਕੈਨੇਡਾ ਜਿਹਦੇ ਨਾਲ ਉਹ ਇਮੀਗ੍ਰੇਸ਼ਨ ਦੀ ਚੀਜ਼ ਹੈਗੀ ਆ ਉਹ ਹੁਣ ਉਹ ਇਨਫੋਰਸ ਹੋ ਗਈ, ਲਾਗੂ ਹੋ ਗਈ ਨਾ ਉਹ ਤਾਂ ਹੁਣ। ਹਾਂਜੀ ਬਿਲਕੁਲ ਪੁਆਇੰਟ ਸਿਸਟਮ ਜਿਹੜਾ ਹੈਗਾ ਉਹ ਕੋਈ ਨਵੀਂ ਚੀਜ਼ ਨਹੀਂ ਹੈ। ਪੁਆਇੰਟ ਸਿਸਟਮ ਜਿਹੜਾ ਹੈਗਾ ਉਹ ਕਾਫੀ ਅਰਸੇ ਤੋਂ ਚੱਲਿਆ ਆ। ਟੀਅਰ 4 ਚ ਵੀ ਪੁਆਇੰਟ ਸਿਸਟਮ ਹੈਗਾ। ਜਿਹੜਾ ਪੁਰਾਣਾ ਟੀਅਰ 2 ਸੀਗਾ ਹੁਣ ਸਕਿਲਡ ਵਰਕਰ ਰੂਟ ਕਹਿੰਦੇ ਆ। ਪਰ ਹਾਂਜੀ ਜਿਹੜੇ ਉਹ ਕਾਨੂੰਨ ਸੀਗੇ ਉਹ ਪੂਰੀ ਤਰ੍ਹਾਂ ਹੁਣ ਤਬਦੀਲ ਹੋ ਗਏ ਕਾਨੂੰਨ ਦੇ ਵਿੱਚ। ਹਾਂਜੀ ਤੇ ਮੈਂ ਥੋੜੀ ਇੱਕ ਹੋਰ ਆਹ 1 ਮਿੰਟ ਦੇ ਵਿੱਚ ਆਪਣੇ ਲਖਵਿੰਦਰ ਜਿਹੜੀ ਤੁਸੀਂ ਗੱਲ ਸਟੇਟਸ ਦੀ ਜਿਹੜੀ ਲੌਂਗ ਟਰਮ ਦੀ ਹੈਗੀ ਹੈ ਤੇ ਜਿਹੜੇ ਬੰਦੇ ਮਤਲਬ ਆਈ ਡੋਨਟ ਨੋ ਕਈ ਹੈਗੇ ਆ ਜਿੱਦਾਂ ਇਲੀਗਲ ਆਏ ਹੈਗੇ ਜਾਂ ਉਹਨਾਂ ਨੂੰ 20 ਸਾਲ ਹੋ ਗਏ ਜਾਂ 25 ਸਾਲ, ਉਹ ਸਿਰਫ ਡਰਦੇ ਹੀ ਨਹੀਂ ਅਪਲਾਈ ਕਰਦੇ ਵੀ ਸ਼ਾਇਦ ਮੈਨੂੰ ਫੜ ਕੇ ਵਾਪਸ ਨਾ ਭੇਜ ਦੇਣ। ਤੇ ਉਹ ਸਟੇਟਸ ਮਤਲਬ ਉਹ ਹਾਊ ਡਜ਼ ਦੈਟ ਅਪਲਾਈ? ਵੈਲ ਤੁਸੀਂ ਡਰਦੇ ਹੋ ਤੁਸੀਂ ਸਾਨੂੰ ਐਟਲੀਸਟ ਫੋਨ ਤੇ ਕਰ ਸਕਦੇ ਹੋ। ਰਾਏ ਲੈਣ ਦੇ ਵਿੱਚ ਕੋਈ ਹਰਜ ਨਹੀਂ ਹੈਗੀ। ਹੋ ਸਕਦਾ ਤੁਸੀਂ ਗਲਤਫਹਿਮੀ ਵਿੱਚ ਬੈਠੇ ਹੋ। ਅਕਸਰ ਕਈ ਲੋਕ ਹੁੰਦੇ ਆ ਜਿਹੜੀ ਸੁਣੀ ਸੁਣਾਈ ਗੱਲ ਕਰਦੇ ਹੈਗੇ ਆ ਕਿ ਤੁਸੀਂ ਵੀਜ਼ਾ ਨਾ ਕਰੋ ਤੁਹਾਨੂੰ ਫੜ ਲੈਣਾ ਇਹ ਹੋਣਾ ਤੁਹਾਡਾ ਰਿਫਿਊਜ਼ ਕਰ ਦੇਣਾ। ਪਹਿਲਾਂ ਤੁਸੀਂ ਫਿਲਹਾਲ ਅਸੀਂ ਫ੍ਰੀ ਐਡਵਾਈਸ ਦਿੰਦੇ ਆ ਇਨੀਸ਼ੀਅਲ ਐਡਵਾਈਸ। ਤੁਸੀਂ ਸਾਨੂੰ ਫੋਨ ਕਰੋ, ਹੋ ਸਕਦਾ ਤੁਹਾਡੇ ਹਾਲਾਤ ਦੇ ਵਿੱਚ ਅਸੀਂ ਤੁਹਾਨੂੰ ਦੱਸ ਸਕਦੇ ਐਕਚੁਅਲੀ ਤੁਸੀਂ ਇਸ ਕੈਟਾਗਰੀ ਦੇ ਵਿੱਚ ਕੁਆਲੀਫਾਈ ਕਰਦੇ ਆ। ਇਸ ਸਮੇਂ ਤੁਸੀਂ ਐਪਲੀਕੇਸ਼ਨ ਡਾਲ ਸਕਦੇ ਆ। ਅਗਰ ਤੁਹਾਡਾ ਬੱਚਾ ਹੈਗਾ 6 ਸਾਲ ਦਾ, 7ਵਾਂ ਸਾਲ ਅਗਲੇ ਸਾਲ ਹੈ ਜਾਂ ਇਸ ਸਾਲ 7 ਸਾਲ ਹੈ, ਚਿਲਡਰਨ ਪ੍ਰੋਵੀਜ਼ਨ ਵੀ ਹੈਗੀ ਹੈ 7 ਈਅਰ ਪਾਲਿਸੀ ਵਾਲੇ। ਮਤਲਬ ਤੁਸੀਂ ਇੰਨਾ ਨਾ ਡਰ ਦੇ ਵਿੱਚ ਬੈਠੇ ਰਹੋ ਬਿਕਾਜ਼ ਹੋਮ ਆਫਿਸ ਨੇ ਤੁਹਾਨੂੰ ਅਸਮਾਨ ਤੋਂ ਲੈ ਕੇ ਤੁਹਾਨੂੰ ਵੀਜ਼ਾ ਥੋੜਾ ਤੁਹਾਡੇ ਲੈਬ ਦੇ ਵਿੱਚ ਦੇ ਦੇਣਾ। ਤੁਸੀਂ ਪਹਿਲਾਂ ਕੁਝ ਕਰਨਾ ਪੈਣਾ ਤੁਹਾਨੂੰ। ਪੁੱਛ ਭਾਲੋ ਜ਼ਰੂਰ। ਕਮ ਟੂ ਕਵਾਲੀਅਨ ਨੂੰ ਫੋਨ ਕਰੋ, ਫ੍ਰੀ ਐਡਵਾਈਸ ਤੁਹਾਨੂੰ ਦੇ ਸਕਦੇ। ਦੂਜੀ ਗੱਲ ਇਹ ਵੀ ਹੈਗੀ ਵੀ ਭਾਜੀ ਦੀ ਗੱਲ ਮੈਂ ਮਾੜੀ ਜਿਹੀ ਵਧਾ ਦਿੰਦਾ ਵੀ ਕੇਸ ਲਾਉਣਾ ਹੀ ਉੱਚ ਸਮਝਦਾਰੀ ਹੈਗੀ ਆ ਵੀ ਕਿਉਂਕਿ ਜਿੰਨਾ ਚਿਰ ਤੁਹਾਡਾ ਕੇਸ ਲੱਗਾ ਹੈ ਤੁਸੀਂ ਇੱਥੇ ਸੇਫ ਆ। ਜਿੰਨਾ ਚਿਰ ਉਹ ਕੇਸ ਤੇ ਸਰਕਾਰ ਕੰਸੀਡਰ ਨਹੀਂ ਕਰਦੀ, ਕੋਈ ਵਿਚਾਰ ਕਰਕੇ ਤੁਹਾਨੂੰ ਕੋਈ ਡਿਸੀਜਨ ਨਹੀਂ ਦਿੰਦੀ, ਉਹਨਾਂ ਚਿਰ ਤੁਹਾਨੂੰ ਇੱਥੋਂ ਤੁਸੀਂ ਕੋਈ ਕੱਢ ਨਹੀਂ ਸਕਦਾ। ਜੇ ਤੁਸੀਂ ਅੰਡਰਗਰਾਊਂਡ ਰਹਿੰਦੇ ਆ, ਗੈਰ ਕਾਨੂੰਨੀ ਰਹਿ ਰਹੇ ਆ, ਉਹ ਅਗੇਂਸਟ ਲਾਅ ਵੀ ਆ। ਸੋ ਤੁਹਾਡੀ ਇਮੀਗ੍ਰੇਸ਼ਨ ਹਿਸਟਰੀ ਵੀ ਉਹਨਾਂ ਖਰਾਬ ਹੁੰਦੀ ਆ। ਤੁਹਾਡਾ ਕੈਰੈਕਟਰ ਔਰ ਕੰਡਕਟ ਤੇ ਵੀ ਇਹ ਸਵਾਲ ਉੱਠ ਸਕਦਾ ਵੀ ਤੁਸੀਂ ਸਾਡੇ ਇੱਥੇ ਕਾਨੂੰਨ ਤੋੜੇ ਆ। ਸੋ ਸਾਡੀ ਰਾਏ ਇਹੀ ਹੈ ਵੀ ਤੁਸੀਂ ਕੰਪਲਾਈ ਕਰੋ, ਮੋਰੇ ਆਓ, ਆਪਣਾ ਕੇਸ ਦਰਜ ਕਰੋ ਐਂਡ ਸਟੇ ਲਾਓ। ਓਕੇ ਜੀ, ਬਹੁਤ ਬਹੁਤ ਧੰਨਵਾਦ ਗੁਰਜਿੰਦਰ ਜੀ ਤੇ ਲਖਵਿੰਦਰ ਜੀ। ਇਹ ਸਮਾਂ ਇੱਥੇ ਹੀ ਸਮਾਪਤ ਹੈ ਅੱਜ ਦੇ ਇਸ ਸ਼ੋਅ ਦੇ ਵਿੱਚ। ਜੇ ਵੀ ਤੁਸੀਂ ਇਸ ਕੰਪਨੀ ਦੇ ਵਿੱਚ ਇਮੀਗ੍ਰੇਸ਼ਨ ਦੇ ਵਿੱਚ ਤੁਸੀਂ ਕਿਸੇ ਕਿਸਮ ਦੀ ਵੀ ਤੁਹਾਨੂੰ ਇਸ਼ੂ ਪ੍ਰੋਬਲਮ ਹੈਗੇ ਆ, ਇਹ
ਹਰ ਵੇਲੇ ਤੁਹਾਡੀ ਮਦਦ ਦੇ ਲਈ ਤਿਆਰ ਹੈਗੇ। ਜਿਹੜਾ ਟੈਲੀਫੋਨ ਸਕਰੀਨ ਦੇ ਉੱਤੇ ਹੈਗਾ ਉਹਦੇ ਤੇ ਤੁਸੀਂ ਕਾਲ ਕਰਕੇ ਇਹਨਾਂ ਦੇ ਨਾਲ ਅਪਾਇੰਟਮੈਂਟ ਬਣਾ ਕੇ ਆਪਣਾ ਸਾਰਾ ਹੀ ਕੇਸ ਇਹਨਾਂ ਨੂੰ ਪੂਰੀ ਤਰ੍ਹਾਂ ਸਮਝਾ ਦਿਓ ਤੇ ਫਿਰ ਇਹ ਤੁਹਾਡੀ ਮਦਦ ਇਹ ਕਰ ਸਕਦੇ ਆ। ਤੇ ਅੱਜ ਦਾ ਇਸ ਪ੍ਰੋਗਰਾਮ ਇੱਥੇ ਸਮਾਪਤ ਹੈ। ਮੇਰੇ ਵੱਲੋਂ ਗੁਰਜਿੰਦਰ ਜੀ ਤੇ ਲਖਵਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਮਾਂ ਕੱਢਣ ਦਾ। ਤੁਸੀਂ ਆਪਣੇ ਜਿੰਨੇ ਵੀ ਬਹੁਤ ਹੀ ਵਧੀਆ ਵਿਚਾਰ ਤੇ ਵਡਮੁੱਲੇ ਵਿਚਾਰ ਦਿੱਤੇ ਹੈਗੇ ਆ। ਤੇ ਫਿਰ ਅਗਲੇ ਸ਼ੋਅ ਦੇ ਵਿੱਚ ਫਿਰ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੈ। ਅੱਜ ਸਾਡੇ ਸਾਰਿਆਂ ਵੱਲੋਂ ਵਿਦਾਇਗੀ ਦੀ ਫਤਿਹ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ।